ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ। 4 ਮਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਜਾਣੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਉਹਨਾਂ ਖਬਰਾਂ ਬਾਰੇ ਜਿਨ੍ਹਾਂ ਦਾ ਸਬੰਧ ਸਾਡੇ ਆਲੇ ਦੁਆਲੇ ਨਾਲ ਹੈ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ KRPA 1110 AM ਤੇ ਦੁਨੀਆ ਭਰ 'ਚ ਪ੍ਰੋਗਰਾਮ ਸੁਣਨ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ radioindia.ca। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਅੱਜ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਆਪਣੇ ਸ਼ਹਿਰ ਸਰੀ ਤੋਂ। ਜੀ। ਪੁਲਿਸ ਐਕਟ ਰਿਫਾਰਮ ਰਿਪੋਰਟ ਦੇ ਉੱਤੇ ਡਗ ਮੈਕਲਮ ਤੇ ਬ੍ਰੈਂਡਾ ਲੌਕ ਆਮੋ ਸਾਹਮਣੇ ਨੇ। ਵੈਸੇ ਤਾਂ ਤੁਹਾਨੂੰ ਕੀ ਹੈਰਾਨੀ ਹੋਈ ਨਹੀਂ ਹੋਣੀ ਕਿਉਂਕਿ ਯੂਜੂਅਲੀ ਆਪਾਂ ਦੇਖਦੇ ਹਾਂ ਕਿ ਉਹ ਇੱਕ ਦੂਜੇ ਦੇ ਆਮੋ ਸਾਹਮਣੇ ਹੀ ਰਹਿੰਦੇ ਆ। ਦੇਖੋ ਸਾਡੇ ਇਹ ਗੱਲ ਬਣ ਚੁੱਕੀ ਹੈ ਕਿ ਲੜਾਈ ਭਾਵੇਂ ਕਿਤੇ ਵੀ ਹੋਵੇ ਸਰੀ ਵਾਲਿਆਂ ਨੇ ਜ਼ਰੂਰ ਪੰਗਾ ਲੈਣਾ। ਹਾਂਜੀ। ਇਹ ਰਿਪੋਰਟ ਤਾਂ ਲਿਖੀ ਹੈ ਲੈਜਿਸਲੇਟਿਵ ਕਮੇਟੀ ਨੇ ਜਿਹੜੀ ਅਸੀਂ ਪਿੱਛੇ ਵੀ ਡਿਸਕਸ ਕੀਤੀ ਹੈ ਜੀ। ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਪ੍ਰੋਵਿੰਸ਼ੀਅਲ ਪੁਲਿਸ ਬਣਾਉਣ ਦਾ, ਰੀਜਨਲ ਪੁਲਿਸ ਫੋਰਸਸ ਬਣਾਉਣ ਦਾ, ਤੇ ਉਹਦੇ ਬਾਰੇ ਦੋਨਾਂ ਦੀ ਵੱਖ-ਵੱਖ ਰਾਏ ਹੈ। ਮੇਅਰ ਡਗ ਮੈਕਲਮ ਨੇ ਇਹ ਕਿਹਾ ਕਿ ਦੇਖੋ ਇਸ ਰਿਪੋਰਟ ਨੇ ਮੇਰੀ ਜਿਹੜੀ ਸਰੀ ਦੀ ਪੁਲਿਸ ਫੋਰਸ ਬਣਾ ਰਹੇ ਹਾਂ ਅਸੀਂ ਉਹਦੇ ਥਾਪਣਾ ਦੇ ਦਿੱਤੀ ਹੈ। ਤੇ ਬ੍ਰਿੰਡਾ ਲੌਕ ਹੋਣੀ ਕਹਿੰਦੇ ਕਿ ਇਹਦੇ ਰਿਪੋਰਟ ਦੇ ਵਿੱਚ ਤਾਂ ਨਾਮ ਨਹੀਂ ਲਿਆ ਉਹਨਾਂ ਨੇ ਕਿਸੇ ਸਿਟੀ ਪੁਲਿਸ ਦਾ। ਵੈਸੇ ਡਾਕਟਰ ਸਾਹਿਬ ਦੇਖੋ ਸੇਮ ਰਿਪੋਰਟ ਆ ਹੈਨਾ, ਦੋਨੇ ਜਾਣੇ ਪੜ੍ਹਦੇ ਵੀ ਸੇਮ ਹੀ ਰਿਪੋਰਟ ਆ, ਪਰ ਦੋਨਾਂ ਜਾਣਿਆਂ ਨੇ ਜਿਹੜੀ ਚੀਜ਼ ਤਾਂ ਮੈਕਲਮ ਸਾਹਿਬ ਨੇ ਪੜ੍ਹ ਲਈ ਉਹ ਬ੍ਰਿੰਡਾ ਲੌਕ ਨੇ ਨਹੀਂ ਪੜ੍ਹੀ, ਜਿਹੜੀ ਬ੍ਰਿੰਡਾ ਲੌਕ ਨੇ ਪੜ੍ਹ ਲਈ ਉਹ ਕਹਿੰਦੇ ਮੈਨੂੰ ਕਿਤੇ ਦਿਖੀ ਹੈ ਨਹੀਂ ਜੀ। ਉਹਦੇ ਵਿੱਚ ਜਿਹੜੀ ਗੱਲ ਨੂੰ ਉਹ ਜੋੜ ਰਹੇ ਆ ਮੇਅਰ ਸਾਹਿਬ, ਉਹ ਕਹਿੰਦੇ ਕਿ ਇੱਕ ਰੀਜਨਲ ਪੁਲਿਸ ਉਹਨਾਂ ਨੇ ਬਣਾਉਣ ਦੀ ਰეკਮੈਂਡੇਸ਼ਨ ਕੀਤੀਆਂ ਜਿਹੜੀਆਂ। ਹਾਂਜੀ। ਰੀਜਨਲ ਮਤਲਬ ਜਿਹਦਾ GVRD ਆ ਇੱਥੇ ਖੇਤਰੀ ਪੁਲਿਸ, ਖੇਤਰੀ ਇੱਥੇ ਵੈਨਕੂਵਰ, ਰਿਚਮੰਡ, ਬਰਨਬੀ, ਸਰੀ, ਡੈਲਟਾ ਸਾਰੇ ਇਕੱਠੇ ਹੋ ਕੇ ਇੱਕ ਪੁਲਿਸ ਬਣਾਉਣ। ਹਾਂਜੀ। ਰეკਮੈਂਡੇਸ਼ਨ ਹੀ ਹੈ। ਹਾਂਜੀ। ਤਾਂ ਦੂਸਰੀ ਹੈਗੀ ਹੈ ਕਿ ਸਾਡੀ ਇੱਕ ਪੁਲਿਸ ਹੋਣੀ ਚਾਹੀਦੀ ਹੈ BC ਦੀ ਇਕੱਲੀ ਦੀ। ਹਾਂਜੀ। ਸਾਰੇ ਪ੍ਰੋਵਿੰਸ ਦੀ। ਤੇ ਉਹਦੇ ਵਿੱਚ ਇੱਕ ਜ਼ਿਕਰ ਕੀਤਾ ਕਿ ਜੇ ਕੋਈ ਸਿਟੀ ਦੇ ਵਿੱਚੋਂ ਕੋਈ ਵੀ ਸਿਟੀ ਚਾਹੁੰਦੀ ਹੈ ਚਾਹੇ ਉਹ ਰੀਜਨਲ ਪੁਲਿਸ ਦੇ ਨਾਲ ਕੰਟਰੈਕਟ ਕਰ ਲਵੇ ਜਾਂ BC ਦੀ ਪੁਲਿਸ ਦੇ ਨਾਲ ਜਿਹੜੀ ਅਸੀਂ ਬਣਾਉਣੀ ਆ ਉਹਦੇ ਨਾਲ ਕੰਟਰੈਕਟ ਕਰ ਲੈਣ, ਜਿਵੇਂ ਹੁਣ ਸਾਡਾ RCMP ਦੇ ਨਾਲ ਕੰਟਰੈਕਟ ਹੈ। ਹਾਂਜੀ। ਇਹਦੇ ਵਿੱਚ ਕੱਲੀ ਇੱਕ ਪੁਲਿਸ ਦੀ ਗੱਲ ਨਹੀਂ ਕੀਤੀ ਗਈ ਕਿ ਤੁਸੀਂ ਸਿਟੀ ਪੁਲਿਸ ਦੀ ਗੱਲ ਕਰਦੇ ਆ। ਬ੍ਰਿੰਡਾ ਲੌਕ ਨੇ ਇਹ ਕਿਹਾ ਕਿ ਜੇ ਰੀਜਨਲ ਪੁਲਿਸ ਤੇ ਪ੍ਰੋਵਿੰਸ਼ੀਅਲ ਪੁਲਿਸ ਦੀ ਉਹ ਗੱਲ ਕਰਦੇ ਆ ਅਗਲੇ 4-5 ਸਾਲਾਂ ਦੇ ਵਿੱਚ ਇਹ ਸ਼ੁਰੂ ਹੋ ਜਾਣੀ ਆ, ਤਾਂ ਫਿਰ ਸਾਨੂੰ ਆਪਣੀ ਪੁਲਿਸ ਬਣਾਉਣ ਦਾ ਪਹਿਲਾਂ ਹੀ ਕੀ ਫਾਇਦਾ ਹੈ। ਪਹਿਲਾਂ ਅਸੀਂ ਇੰਨੇ ਪੈਸੇ ਲਾਵਾਂਗੇ, ਫਿਰ ਇਸ ਤੋਂ ਬਾਅਦ ਹੋ ਸਕਦਾ ਰੀਜਨਲ ਪੁਲਿਸ ਆ ਜਾਵੇ ਇੱਥੇ। ਹਾਂਜੀ। ਸਾਨੂੰ ਇਸ ਵੇਲੇ ਪਤਾ ਹੀ ਕੁਛ ਨਹੀਂ ਹੈ ਜੀ। ਤਾਂ ਇਸ ਗੱਲ ਤੇ ਦੋਹਾਂ ਦੇ ਵਿਚਕਾਰ ਲੜਾਈ ਹੋ ਰਹੀ ਸੀ। ਤਾਂ ਸਿੱਟਾ ਕੀ ਨਿਕਲਣਾ ਕੁਛ ਨਹੀਂ। ਰਿਪੋਰਟ ਤਾਂ ਹੈਗੀ ਹੈ ਵਿਕਟੋਰੀਆ ਦੀ। ਹਾਂਜੀ। ਕਿਸੇ ਦੀ ਗੱਲ ਆ ਲੜਨ ਲੱਗੇ ਇਹ ਦੋ ਜਣੇ। ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਡਾਕਟਰ ਸਾਹਿਬ ਕਿ ਐਕਚੁਅਲੀ ਮੈਨੂੰ ਲੱਗਦਾ ਵੀ ਇਹਨਾਂ ਨੂੰ ਤੇ ਲੜਾਈ ਕਰਨ ਦਾ ਮੌਕਾ ਹੀ ਚਾਹੀਦਾ ਹੁੰਦਾ। ਇਹ ਵੀ ਚੰਗੀ ਗੱਲ ਹੈ ਵੀ ਹਫ਼ਤੇ ਬਾਅਦ ਮੀਟਿੰਗ ਕਰਦੇ ਆ, ਨਹੀਂ ਤਾਂ ਰੋਜ਼ ਲੜਨ। ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਡਾਕਟਰ ਸਾਹਿਬ। ਸਿਆਸਤ ਵਿੱਚ ਗਿਰਗਿਟ ਤੁਸੀਂ ਕਦੇ ਸੁਣਿਆ? ਵੈਸੇ ਗਿਰਗਿਟ ਸਿਆਸਤ 'ਚ ਹੀ ਹੋ ਸਕਦੀ ਹੈ ਕਿਉਂਕਿ ਗਿਰਗਿਟ ਤੋਂ ਇਲਾਵਾ ਤਾਂ ਸਿਆਸਤਦਾਨ ਹੀ ਗਿਰਗਿਟ ਬਣਦੇ ਆ। ਜੀ ਬਿਲਕੁਲ। ਐਕਚੁਅਲੀ ਪ੍ਰੀਮੀਅਰ ਜੌਨ ਹੌਰਗਨ ਨੇ ਡਰੱਗ ਓਵਰਡੋਜ਼ ਦਾ ਜਿਹੜਾ ਸੀ ਇਸ਼ੂ ਸੀਗਾ ਜਿਹਦੇ ਵਿੱਚ ਇਹ ਕਿਹਾ ਸੀ ਵੀ ਜਿਹੜੇ ਅਣਇੱਛਿਤ ਤੌਰ ਤੇ ਨੌਜਵਾਨਾਂ ਨੂੰ ਹਸਪੀਟਲ 'ਚ ਰੱਖਣ ਦੀ ਜਿਹੜੀ ਗੱਲਬਾਤ ਸੀ, ਹੁਣ ਉਹਨਾਂ ਨੇ ਆਪਣਾ ਰੁੱਖ ਬਦਲ ਲਿਆ ਇਸ ਖਬਰ ਦੇ ਉੱਤੇ। ਕੀ ਕਹਿਣਾ ਚਾਹੋਗੇ ਤੁਸੀਂ? ਇਹਦੇ ਵਿੱਚ ਬੜੀ ਦਿਲਚਸਪ ਖਬਰ ਹੈ ਕਿ 2 ਸਾਲ ਪਹਿਲਾਂ ਹੀ ਹਾਲੇ ਇਹਨਾਂ ਨੇ ਆਪਣਾ ਅਲਾਇੰਸ ਖਤਮ ਕੀਤਾ ਸੀ ਗ੍ਰੀਨ ਪਾਰਟੀ ਦੇ ਨਾਲ। ਵੈਸੇ ਗ੍ਰੀਨ ਪਾਰਟੀ ਦੇ ਨਾਲ ਪਹਿਲਾਂ ਇਹਨਾਂ ਦਾ ਸਮਝੌਤਾ ਸੀ ਕਿ 4 ਸਾਲ ਉਹ ਸਪੋਰਟ ਕਰਨਗੇ ਇਹਨਾਂ ਨੂੰ ਤੇ 2021 ਦੇ ਵਿੱਚ ਇਲੈਕਸ਼ਨ ਹੋਣੀ ਸੀ। ਪਰ ਉਹਦੇ ਪਿੱਛੇ ਹੁਣ ਗਿਰਗਿਟ ਦੀ ਗੱਲ ਇਹ ਆ ਕਿ 2020 ਦੇ ਵਿੱਚ ਇਹਨਾਂ ਨੇ ਇੰਟਰਨਲ ਪੋਲ ਕਰਾਏ ਹੋਣੇ ਆ
ਤਾਂ ਉਦੋਂ ਇਹਨਾਂ ਨੂੰ ਲੱਗਾ ਕਿ ਹੁਣ ਮੌਕਾ ਹੈਗਾ NDP ਨੂੰ ਕੱਲੀ ਨੂੰ ਜਿੱਤਣ ਦਾ। ਹਾਂਜੀ। ਤੇ ਉਹਨੂੰ ਕੱਲਿਆਂ ਨੂੰ ਜਿੱਤਣ ਲਈ ਜਿਹੜਾ ਵਿਰੋਧੀ ਧਿਰ ਸੀ ਉਹ ਬਹੁਤ ਹੀ ਮਾੜੀ ਸੀ, ਜਿਹੜੇ BC ਲਿਬਰਲਸ ਦਾ ਲੀਡ ਬਿਲਕੁਲ ਹੀ ਨਿਕੰਮਾ। ਤੇ ਦੂਸਰੀ ਗੱਲ ਉਹਨਾਂ ਨੂੰ ਲੱਗਦੀ ਸੀ ਕਿ ਗ੍ਰੀਨ ਪਾਰਟੀ ਵਾਲੇ ਵੀ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਇਹ ਸਾਡੇ ਸ਼ਾਮਲ ਹੋ ਗਏ ਤੇ ਇਹਨਾਂ ਦੀ ਵੈਸੇ ਪਪੂਲੈਰਿਟੀ ਖਤਮ ਹੋ ਗਈ, ਉਹਨਾਂ ਲਈ ਕੋਈ ਥ੍ਰੈਟ ਨਹੀਂ ਸੀ ਉਹਨਾਂ ਦੀ। ਤੇ ਉਹ ਕੋਈ ਲੜਾਈ ਲਈ, ਜਿੱਦਾਂ ਤੁਸੀਂ ਲੜਾਈ ਲਈ ਕੋਈ ਬਹਾਨਾ ਲੱਭਣਾ ਹੁੰਦਾ, ਹਾਂਜੀ, ਬਈ ਇਹ ਆਟਾ ਗੁੰਨਦੀ ਹਿਲਦੀ ਆ, ਇਹ ਲੜਾਈ ਆ। ਤੇ ਇਹਨਾਂ ਨੇ ਵੀ ਆਟਾ ਗੁੰਨਦੀ ਹਿਲਦੀ ਵਾਲੀ ਗੱਲ ਕਰ ਲਈ। ਬਿੱਲ 22 ਜਿਹੜਾ ਬਿੱਲ 22 ਲੈ ਕੇ ਆਂਦਾ ਸਮਰ 2020 ਦੇ ਵਿੱਚ, ਉਹਦੇ ਵਿੱਚ ਡਰੱਗ ਓਵਰਡੋਜ਼ ਦੀ ਇਸ਼ੂ ਆ ਗਈ, ਜਿਹੜੀ ਕਿ ਸਾਡੇ ਪਿਛਲੇ ਕਈ ਸਾਲਾਂ ਤੋਂ ਚੱਲਦੀ ਆ ਰਹੀ, ਹਾਂਜੀ, ਵੱਧਦੀਆਂ ਹੀ ਜਾ ਰਹੀਆਂ ਵੈਸੇ, ਹਾਂਜੀ। ਤੇ ਕੁਝ ਲੋਕਾਂ ਦਾ ਖਿਆਲ ਇਹ ਸੀ ਕਿ ਜਿਹੜੇ ਨੌਜਵਾਨ ਡਰੱਗ ਖਾਂਦੇ ਆ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਲਿਜਾਇਆ ਜਾਵੇ, ਤੇ ਇਹਨਾਂ ਨੇ ਪ੍ਰਪੋਜ਼ ਕੀਤਾ ਕਿ ਉਹਨਾਂ ਨੂੰ, ਚਾਹੇ ਉਹ ਚਾਹੁੰਦੇ ਆ ਚਾਹੇ ਨਹੀਂ ਚਾਹੁੰਦੇ, ਉਹਨਾਂ ਨੂੰ ਉੱਥੇ ਜਕੜ ਕੇ ਰੱਖਿਆ ਜਾਵੇ, ਹਾਂਜੀ। ਹੁਣ ਇਹਦੇ ਵਿੱਚ ਦੋ ਰਾਵਾਂ ਨੇ ਵੱਖ-ਵੱਖ। ਇੱਕ ਤਾਂ ਕਹਿੰਦੇ ਕਿ ਜੇ ਤੁਸੀਂ ਇਹ ਖਾਸ ਤੌਰ ਤੇ ਆਪ ਹੀ ਖੁਦ ਹੀ ਕਹਿੰਦੇ ਆ, BC ਦੀ ਸਰਕਾਰ ਹੀ ਕਹਿੰਦੀ ਹੈ, ਕਿਉਂਕਿ BC ਦੇ ਕੋਲ ਰੀਹੈਬ ਸਿਸਟਮ ਜਿਹੜਾ ਹੈ ਬਹੁਤ ਘੱਟ ਹੈ, ਹਾਂਜੀ, ਪ੍ਰਾਈਵੇਟ ਬਹੁਤ ਜ਼ਿਆਦਾ ਹੈ ਜੀ। ਪ੍ਰਾਈਵੇਟ ਹੁਣ ਮਹਿੰਗੇ ਬੜੇ ਪੈਂਦੇ, ਜੇ ਕਿਸੇ ਦਾ ਬੱਚਾ ਤੁਸੀਂ ਰੀਹੈਬ ਦੇ ਵਿੱਚ ਪਾਉਣਾ, ਪ੍ਰਾਈਵੇਟ ਤਾਂ $1000 ਲੈਂਦੇ। ਅੱਛਾ, ਉਸ ਤੋਂ ਬਾਅਦ ਫਿਰ ਗਰੰਟੀ ਕੋਈ ਨਹੀਂ ਜੀ, ਉਹ 3 ਮਹੀਨੇ ਰਹਿਣ 6 ਮਹੀਨੇ ਰਹਿਣ, ਉਸ ਤੋਂ ਬਾਅਦ ਆ ਕੇ ਫਿਰ ਡਰੱਗ ਖਾਣ ਲੱਪਣ, ਕੋਈ ਗਰੰਟੀ ਨਹੀਂ ਉਹ ਠੀਕ ਹੋ ਜਾਣਗੇ। ਸੋ ਇੱਕ ਔਰਤ ਦੀ CBC ਨੇ ਖਬਰ ਦਿੱਤੀ ਸੀ, ਉਹਦਾ ਤਾਂ ਬਹੁਤ ਕੇਸਸ ਹੋਣੇ ਆ ਇੱਥੇ। ਉਹ ਕਹਿੰਦੀ ਕਿ ਮੈਂ ਸਾਰੇ ਹੀ ਜਿੰਨੇ ਸਰਕਾਰੀ ਰੀਹੈਬ ਸੈਂਟਰ ਸੀ ਸਾਰਿਆਂ ਨੂੰ ਫੋਨ ਕੀਤਾ ਕਿ ਮੇਰਾ ਮੁੰਡਾ ਦਾਖਲ ਕਰ ਲਓ ਇੱਥੇ। ਅੱਛਾ, ਇਹਨਾਂ ਨੇ ਉੱਥੇ ਪਾਲਿਸੀ ਜਿਹੜੀ ਵੱਖਰੀ ਬਣਾਈ ਸੀ, ਗਿਰਗਿਟ ਦੀ ਗੱਲ ਕਰਦੇ ਆ, ਇਸ ਹੀ ਗਿਰਗਿਟ ਨੇ ਉਹਨਾਂ ਦੀ, ਕਿਉਂਕਿ ਇਹਨਾਂ ਤੋਂ ਘੱਟ ਸੀ, ਉਹਨਾਂ ਦੇ ਵਿੱਚ ਜਗ੍ਹਾ ਘੱਟ ਸੀ, ਸਰਕਾਰੀ ਰੀਹੈਬ ਦੇ ਵਿੱਚ ਇੰਨੇ ਬੈੱਡਸ ਹੈ ਨਹੀਂ, ਇੰਨੇ ਇਹਨਾਂ ਦੇ ਕੋਲ ਰੂਮਸ ਹੈ ਨਹੀਂ। ਇਹਨਾਂ ਨੇ ਕੀ ਕਰ ਦਿੱਤਾ ਕਿ ਤੁਸੀਂ ਇੱਕ ਸਟੱਡੀ ਕਹਿੰਦੀ ਆ, ਮੰਨ ਲਓ ਇਹਨਾਂ ਦੇ ਮਿਨਿਸਟਰ ਵੀ ਇਦਾਂ ਹੀ ਕਰ ਦਿੰਦੇ, ਜਿਨ੍ਹਾਂ ਬੰਦਿਆਂ ਨੂੰ ਪਤਾ ਹੀ ਨਹੀਂ ਵੀ ਸਟੱਡੀ ਕੀ ਹੁੰਦੀ ਆ, ਉਹ ਕਹਿਣਗੇ ਵੀ ਸਟੱਡੀ ਕਹਿੰਦੀ ਆ ਜੀ। ਉਹ ਸਟੱਡੀ ਕਹਿੰਦੀ ਹੈ ਕਿ ਇੱਕ ਸਟੱਡੀ ਜਿਹੜੀ ਕਹਿੰਦੀ ਆ ਕਿ ਜੇ ਕੋਈ ਨੌਜਵਾਨ, ਜੇ ਕੋਈ ਬੰਦਾ ਕੋਈ ਵੀ ਹੋਵੇ, ਜੇ ਆਪਣੇ ਆਪ ਹੀ ਜਾਂਦਾ ਉੱਥੇ ਰੀਹੈਬ ਦੇ ਵਿੱਚ, ਉਹਦੀ ਰਿਕਵਰੀ ਹੋਣ ਦੇ ਜ਼ਿਆਦਾ ਚਾਂਸ ਆ ਜੀ, ਕਿਉਂਕਿ ਉਹਨੇ ਰੀਅਲਾਈਜ਼ ਕੀਤਾ ਹੈ ਕਿ ਮੈਨੂੰ ਕੋਈ ਪ੍ਰੋਬਲਮ ਹੈ, ਹਾਂਜੀ। ਹੁਣ ਜੇ ਤੁਸੀਂ ਉਹਨੂੰ ਧੱਕ ਕੇ ਉੱਥੇ ਛੱਡ ਕੇ ਆਉਨੇ ਆ, ਤੇ ਹੋ ਸਕਦਾ ਉਹਦੀ ਆਪਣੀ ਆਤਮਾ ਨਾ ਕਹਿੰਦੀ ਹੋਵੇ, ਪਰ ਉੱਥੇ 3 ਮਹੀਨੇ ਕੱਟਿਆ ਹੋਊਗਾ। ਅੱਛਾ, ਦੂਸਰੀ ਗੱਲ ਇਹਦੇ ਵਿੱਚ ਕੁਛ ਜਿਹੜੇ ਮਾਹਰ ਉਹ ਕਹਿੰਦੇ ਆ ਕਿ ਕਈ ਨੌਜਵਾਨ ਹੋ ਸਕਦਾ ਆਪਣੇ ਆਪ ਵਿਚਾਰ ਨਾ ਬਣਾ ਸਕਣ ਵੀ ਮੈਨੂੰ ਉੱਥੇ ਜਾਣਾ ਚਾਹੀਦਾ। ਉਹ ਹੋ ਸਕਦਾ ਉਹਨਾਂ ਨੇ ਗੱਲ ਮਾਪਿਆਂ ਤੇ ਛੱਡੀ ਹੋਵੇ ਕਿ ਮਾਪਿਆਂ ਨੇ ਜੇ ਇਹਨਾਂ ਨੇ ਮੈਨੂੰ ਕਹਿਤਾ ਤੇ ਮੈਂ ਚੱਲ ਜਾਊਂਗਾ, ਜੇ ਉੱਥੇ ਛੱਡ ਕੇ ਆਉਂਦੇ ਮੈਂ ਰਹਿ ਲਊਂਗਾ। ਹੁਣ ਇਹ ਵੋਲੰਟਰੀ ਆ ਜਾਂ ਇਨਵੋਲੰਟਰੀ ਆ ਜੀ, ਇਹ ਵੱਖਰੀ ਸੋਚ ਆ ਤੁਹਾਡੀ। ਕਈ ਸੱਚੀ ਬੱਚੇ ਮਾਂ-ਬਾਪ ਦੇ ਆਖੇ ਲੱਗ ਜਾਂਦੇ ਆ, ਇਹ ਵੀ ਇੱਕ ਧਾਰਾ ਆ, ਸੋਚਣ ਦੀ ਗੱਲ ਆ। ਦੂਸਰੀ ਹੈਗੀ ਹੈ ਜਿਹੜੇ ਬੱਚੇ ਆਪਣੇ ਆਪ ਹੀ ਜਾਣ ਉੱਥੇ, ਤੇ ਇਹ ਬਿੱਲ 22 ਚ ਇਹਨਾਂ ਨੇ ਲੈ ਕੇ ਆਂਦਾ ਕਿ ਨੌਜਵਾਨ ਉੱਥੇ ਰਹਿਣਾ ਚਾਹੁੰਦੇ ਜਾਂ ਨਹੀਂ ਚਾਹੁੰਦੇ, ਉਹਨਾਂ ਨੂੰ ਜਕੜ ਲਓ ਉੱਥੇ ਜੀ। ਤੇ ਇਹਨਾਂ ਦੇ ਫਿਰ ਬਿੱਲ ਦੀ ਬੜੀ ਆਲੋਚਨਾ ਕੀਤੀ ਲੋਕਾਂ ਨੇ, ਹਾਂਜੀ, ਕਾਫੀ ਬਿੱਲ ਹੀ ਆਈ, ਉਹਦਾ ਲਾਅ ਤਾਂ ਬਣਿਆ ਹੀ ਨਹੀਂ ਕਦੇ ਹਲੇ ਜੀ। ਤਾਂ ਬਿੱਲ ਦੀ ਖਾਸ ਤੌਰ ਤੇ ਹੈਲਥ ਵਰਕਰਜ਼ ਨੇ, ਸਿਵਲ ਲਿਬਰਟੀਜ਼ ਐਸੋਸੀਏਸ਼ਨ ਨੇ, ਔਰ ਸਭ ਤੋਂ ਵੱਧ ਆਲੋਚਨਾ ਕੀਤੀ ਨੇਟਿਵਜ਼ ਨੇ ਜੀ, ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਜ਼ਿਆਦਾ ਵੈਸੇ ਡਰੱਗ ਓਵਰਡੋਜ਼ ਦੇ ਵਿੱਚ ਲੈ ਕੇ ਆਉਂਦੇ ਆ। ਤਾਂ ਉਹ ਕਹਿੰਦੇ ਵੀ ਸਾਡੇ ਲਈ ਖਾਸ ਤੌਰ ਤੇ, ਸਾਡੇ ਲਈ ਤਾਂ ਇਹ ਸਟਿਗਮਾ ਬਣਿਆ ਆ, ਤੁਸੀਂ ਸਾਡੇ ਬੱਚੇ ਲੈ ਜਾਂਦੇ ਚੱਕ ਕੇ ਫੋਸਟਰ ਪੇਰੈਂਟਸ ਨੂੰ ਦੇਣ ਨੂੰ, ਹੁਣੇ ਮੌਤਾਂ ਲੱਭਦੇ ਫਿਰ ਅਸੀਂ ਦੇਖਦੇ ਹਾਂ ਕਿ ਕਿੰਨੀਆਂ ਹੋਈਆਂ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਜੀ। ਤੇ ਤੁਸੀਂ ਉਹਨਾਂ ਨੌਜਵਾਨਾਂ ਨੂੰ ਫੜ ਕੇ ਜਕੜ ਕੇ ਕਹਿੰਦੇ ਅਸੀਂ ਰੱਖਣਾ ਉੱਥੇ ਹਸਪਤਾਲ, ਇਹ ਦੂਸਰੀਆਂ ਗੱਲਾਂ ਨੂੰ ਕਿਵੇਂ ਵੱਖਰਾ ਹੈ? ਤੇ ਤੁਸੀਂ ਇਹ ਗੱਲ ਨਾ ਕਰੋ।
ਜੌਨ ਹੌਰਗਨ ਨੇ ਲੜਾਈ ਕਰਨੀ ਸੀ, ਇਹ ਬਿਲਕੁਲ ਨਹੀਂ ਮੰਨੇ। ਅੱਛਾ, ਉਹ ਜਿਹੜੇ ਗ੍ਰੀਨ ਪਾਰਟੀ ਦੇ MLA ਸੀ ਉਹ ਕਹਿੰਦੇ ਕਿ ਅਸੀਂ ਇਸ ਬਿੱਲ ਦੀ ਸਪੋਰਟ ਨਹੀਂ ਕਰਨੀ ਕਿਉਂਕਿ ਅਸੀਂ ਲੋਕਾਂ ਦੀ ਗੱਲ ਸੁਣੀ ਆ, ਲੋਕੀ ਇਹਦੇ ਖਿਲਾਫ ਹੈ। ਔਰ ਜੇ ਤੁਸੀਂ ਭਰੋਸੇ ਦੀ ਗੱਲ ਕਰਦੇ ਆ, ਤੁਹਾਡੀ ਸਰਕਾਰ ਤੇ ਥਰੋਨ ਸਪੀਚ ਹੁੰਦੀ ਆ, ਬਜਟ ਹੁੰਦਾ, ਜੇ ਮਤਾ ਲੈ ਆਂਦਾ ਕਿਸੇ ਨੇ ਵੋਟ ਆਫ ਕੌਨਫੀਡੈਂਸ, ਤਾਂ ਫਿਰ ਅਸੀਂ ਤੁਹਾਡੀ ਸਪੋਰਟ ਕਰਾਂਗੇ। ਇਹ ਤਾਂ ਇੱਕ ਆਰਡੀਨਰੀ ਬਿੱਲ ਆ, ਕੋਈ ਗੱਲ ਨਹੀਂ, ਇਹ ਤੇ ਅਸੀਂ ਆਪੋਜੀਸ਼ਨ 'ਚ ਕੋਈ ਗੱਲ ਨਹੀਂ, ਪਰ ਅਸੀਂ ਸਪੋਰਟ ਨਹੀਂ ਕਰਨੀ। ਤੇ ਇਹਨਾਂ ਨੂੰ ਉਹੀ ਗੱਲ ਹੋਣੀ ਸੀ ਵੀ ਆਟਾ ਗੁੰਨਦੀ ਹਿਲਦੀ ਹੈ ਤੂੰ, ਤੇ ਇਹਨਾਂ ਨੇ ਬਹਾਨਾ ਲੱਭ ਲਿਆ। ਬਹਾਨਾ ਤਾਂ ਪਹਿਲਾਂ ਲੱਭਦੇ ਸੀ ਵੀ ਇਲੈਕਸ਼ਨ ਕਰਵਾਈਏ ਅਸੀਂ, ਇਹ ਤਾਂ ਲੂਤੀਆਂ ਲਾਈ ਫਿਰਦੇ ਸੀ ਕਿਉਂਕਿ ਜਿੱਤਣ ਦਾ ਚਾਂਸ ਉਸ ਵੇਲੇ ਸੀ। ਹਾਂਜੀ। ਤੇ ਉਸ ਵੇਲੇ ਇਹਨਾਂ ਨੇ ਉਹ ਜਿਹੜਾ 4 ਸਾਲ ਦਾ ਵਾਅਦਾ ਕੀਤਾ ਸੀ ਉਹ ਤੇ ਪਾਈ ਮਿੱਟੀ। ਇਹਨਾਂ ਨੇ ਉਹ ਵਾਅਦਾ ਤੋੜਿਆ, ਉਹਨਾਂ ਨਾਲ ਅਲਾਇੰਸ ਤੋੜਿਆ, ਇਲੈਕਸ਼ਨ ਕਰਾਈ, ਜਿੱਤ ਗਏ ਜੀ। ਕਿਉਂਕਿ ਜਦੋਂ ਵਿਰੋਧੀ ਤੁਹਾਡੇ ਕੋਈ ਹੋਵੇ ਹੀ ਨਾ, ਫਿਰ ਤੁਸੀਂ ਜਿੱਤਣਾ ਹੀ ਹੈ। ਹਾਂਜੀ, ਸਾਹਮਣੇ ਵਾਲੇ 'ਚ ਕੋਈ ਸਾਹਮਣੇ ਵਾਲਾ ਖਤਮ ਹੈ। ਤੇ ਹੁਣ ਉਸੇ ਬਿੱਲ ਤੇ, ਬਿੱਲ 22 ਤੇ ਤੁਹਾਡੀ ਗੱਲ ਠੀਕ ਹੈ ਵੀ ਇਹ ਗਿਰਗਟ ਹੈ, ਹੁਣ ਇਹਦੇ ਤੇ ਪਲਟਵਾਜੀ ਮਾਰ ਲਈ, ਕਹਿੰਦੇ ਕਿ ਨਹੀਂ ਇਹ ਨਹੀਂ ਅਸੀਂ ਲੈ ਕੇ ਆਉਣਾ। ਵੈਸੇ ਤੁਸੀਂ ਦੇਖੋ ਹਰਗਨ ਸਾਹਿਬ ਨੇ ਪਹਿਲਾਂ ਕਿਹਾ, ਕਹਿੰਦੇ ਕਿ ਵੀ ਜਦੋਂ ਕਹਿੰਦੇ ਸੀ ਵੀ ਆਪਾਂ ਜੱਕੜ ਕੇ ਉਹਨਾਂ ਨੂੰ ਲੈ ਕੇ ਜਾਣਾ, ਅਣਇੱਛਿਤ ਜਿਹੜੇ ਨੌਜਵਾਨ ਨਹੀਂ ਵੀ ਜਾਣਾ ਚਾਹੁੰਦੇ, ਉਦੋਂ ਇਹਨਾਂ ਨੇ ਕਿਹਾ ਕਿ ਇਸ ਕਰਕੇ ਮੈਂ ਇਹ ਫੈਸਲਾ ਜਿਹੜਾ ਇਹਨੂੰ ਸਪੋਰਟ ਕਰ ਰਿਹਾ, ਇਸ ਕਰਕੇ ਮੈਂ ਇਹਦੀ ਫੇਵਰ ਦੇ ਵਿੱਚ ਆ, ਕਿਉਂਕਿ ਐਕਸਪਰਟਸ ਦਾ ਵੀ ਇਹੀ ਕਹਿਣਾ, ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਆ ਉਹਨਾਂ ਦਾ ਵੀ ਇਹੀ ਕਹਿਣਾ। ਹੁਣ ਜਦੋਂ ਰੁੱਖ ਬਦਲਿਆ ਹੁਣ ਵੀ ਇਹੀ ਕਹਿੰਦੇ ਆ, ਕਹਿੰਦੇ ਕਿ ਮੈਂ ਜਿਹੜਾ ਦੁਬਾਰਾ ਤੋਂ ਆਪਣਾ ਰੁੱਖ ਬਦਲ ਰਿਹਾ ਨਾ, ਮੈਂ ਐਕਸਪਰਟਸ ਨੂੰ ਸੁਣਿਆ, ਮੈਂ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਸੁਣਿਆ, ਮਤਲਬ ਸੇਮ ਚੀਜ਼। ਐਕਸਪਰਟ ਬਦਲਦੇ ਰਹਿੰਦੇ ਆ। ਹੁਣ ਪਤਾ ਲੱਗਾ ਹੋਣਾ ਵਿਕਟੋਰੀਆ ਵਾਲਿਆਂ ਨੂੰ ਕਿ ਐਕਸਪਰਟ ਦੀ ਕਦੇ ਵੀ ਇੱਕ ਰਾਏ ਨਹੀਂ ਹੁੰਦੀ। ਜੀ ਜੀ, ਉਹਨਾਂ ਦੇ ਵਿੱਚ 100 ਬੰਦਾ ਆ ਤਾਂ 100 ਹੀ ਰਾਏ ਦਊਗਾ। ਹਾਂਜੀ, ਸਭ ਦੀ ਆਪਣੀ ਆਪਣੀ ਸੋਚ। ਤੇ ਇਦਾਂ ਹੀ ਪੇਰੈਂਟਸ ਆ, ਕਈ ਕਹਿਣਗੇ ਕਿ ਆਪਣੇ ਆਪ ਹੀ ਜਾਵੇ, ਕਈ ਕਹਿਣਗੇ ਕਿ ਇਹਨੂੰ ਧੂ ਕੇ ਲੈ ਜਾਓ। ਹਾਂਜੀ, ਸਾਡੇ ਨਹੀਂ ਹੁੰਦੇ ਸੀ ਬੱਚੇ ਨੂੰ ਆਉਣ, ਜੇ ਕਈਆਂ ਦੇ ਬੱਚਿਆਂ ਦੇ ਥੱਪੜ ਮਾਰ ਦਿੰਦੇ ਉਹ ਟੀਚਰ ਨਾਲ ਲੜਨ ਜਾਂਦੇ ਆ। ਹਾਂਜੀ, ਹੁਣ ਕਈਆਂ ਦੇ ਹੁੰਦੇ ਸੀ ਵੀ ਇਹਦਾ ਚੰਮ ਲਾ ਦਿਓ ਤੁਸੀਂ, ਉਹ ਵੀ ਤਾਂ ਮਾਪੇ ਹੀ ਆ। ਹਾਂਜੀ। ਡਾਕਟਰ ਸਾਹਿਬ, ਬੁੱਲੇ ਸ਼ਾਹ ਦੀਆਂ ਲਾਈਨਾਂ ਨੇ, ਸੱਚ ਆਖਾਂ ਭਾਂਬੜ ਮੱਚਦਾ ਏ, ਚੁੱਪ ਰਹਾਂ ਤਾਂ ਕੁਝ ਨਾ ਬਚਦਾ ਹੈ। ਜਿਹੜੀ ਅਗਲੀ ਖਬਰ ਹੈਗੀ ਆ ਉਹਦਾ ਸਬੰਧ ਹੈਗਾ ਅਮਰੀਕਾ ਦੇ ਨਾਲ, ਤੇ ਅਮਰੀਕਾ ਦੇ ਵਿੱਚ ਗਰਭਪਾਤ ਦੇ ਮੁੱਦੇ ਤੇ ਇੱਕ ਸਿਆਸੀ ਭਾਂਬੜ ਮੱਚ ਚੁੱਕਿਆ ਜੀ, ਤੂਫਾਨ ਆਇਆ ਪਿਆ। ਤੁਸੀਂ ਕਿਵੇਂ ਦੇਖਦੇ ਹੋ ਉਸ ਖਬਰ ਨੂੰ? ਇਹ ਇੱਕ ਬਹੁਤ ਵੱਡੀ ਖਬਰ ਹੈ ਔਰ ਬਹੁਤ ਵੱਡੀ ਇਸ਼ੂ ਆ ਜੀ। ਤੁਸੀਂ ਕਹਿ ਲਓ ਕਿ ਇਹ ਉਹ ਬੰਬ ਆ ਜਿਹਦਾ ਬਰੂਦ ਨਾਲ ਭਰਿਆ ਪਿਆ। ਹਾਂਜੀ। ਤੇ ਇਹ ਉਸ ਮੌਕੇ ਤੇ ਆਈ ਆ ਜਦੋਂ ਡੈਮੋਕ੍ਰੈਟਿਕ ਪਾਰਟੀ ਤੇ ਜੋ ਬਾਈਡਨ ਇੰਨਾ ਥੱਲੇ ਨੂੰ ਗਿਰ ਰਿਹਾ ਸੀ, ਉਹਨਾਂ ਨੂੰ ਕੋਈ ਕਹਿੰਦੇ ਹੁੰਦੇ ਡੁੱਬਦੇ ਨੂੰ ਤਿਣਕੇ ਦਾ ਸਹਾਰਾ ਨਾ ਜੀ, ਤੇ ਇਹ ਤਿਣਕਾ ਵੀ ਵੱਡਾ ਮਿਲ ਗਿਆ। ਜੇ ਦੀ ਗੱਲ ਕਰਦੇ ਹੁਣ, ਜੇ ਬਿੱਲੀ ਮੁਰਗੀ ਹੁੰਦੀ ਤਾਂ ਉਹਨੇ ਅੰਡੇ ਦੇਣੇ ਸੀ। ਹਾਂਜੀ। ਇਸ਼ੂ ਹੈਗੀ ਆ ਜਿਹੜੀ ਕੱਲ ਇਹ ਬੰਬ ਸਾਹਮਣੇ ਆਇਆ, ਸੁਪਰੀਮ ਕੋਰਟ USA ਦੀ ਜਿਹੜੀ ਹੈ, ਉਹਨਾਂ ਨੇ ਇੱਕ ਫੈਸਲਾ ਕਰਨਾ ਹੈ। ਰੋ ਵਰਸਸ ਵੇਡ ਇੱਕ ਡਿਸੀਜਨ ਸੀ 1973 ਦੀ ਜੀ, ਉਹ ਹੈਗੀ ਅਬੋਰਸ਼ਨ ਦੀ ਇਸ਼ੂ, ਗਰਭਪਾਤ ਦੀ ਇਸ਼ੂ ਜੀ। ਉਹਦੇ ਤੇ ਇੱਕ ਡਰਾਫਟ ਜਿਹੜਾ ਬਣਿਆ ਆ, ਕੋਈ ਫਰਵਰੀ ਦਾ ਬਣਿਆ ਆ, ਉਹ ਕੱਲ ਲੀਕ ਹੋ ਗਿਆ ਸੁਪਰੀਮ ਕੋਰਟ ਤੋਂ। ਹਾਂਜੀ। ਹੁਣ ਇਹ ਲੀਕ ਹੋਇਆ, ਇਹ ਫਾਈਨਲ ਡਰਾਫਟ ਨਹੀਂ, ਇਹ ਕੋਈ ਡਿਸੀਜਨ ਨਹੀਂ ਉਹਨਾਂ ਦੀ, ਕੋਈ ਫੈਸਲਾ ਨਹੀਂ ਆ। ਅਜੇ ਪਤਾ ਨਹੀਂ ਕਿੰਨੇ ਡਰਾਫਟ ਬਣਨੇ ਆ, ਪਤਾ ਨਹੀਂ ਉਹਨਾਂ ਨੇ ਕਦੋਂ ਜਾ ਕੇ ਡਿਸੀਜਨ ਦੇਣੀ ਆ। ਪਰ ਇਹ ਇੱਕ ਕਿਸਮ ਦੀ ਡੈਮੋਕ੍ਰੈਟਿਕ ਪਾਰਟੀ ਤੇ ਜੋ ਬਾਈਡਨ ਲਈ ਬਹੁਤ ਵੱਡੀ ਇਸ਼ੂ ਬਣ ਗਈ, ਜਿਹਦੇ ਨਾਲ ਉਹਨਾਂ ਨੂੰ ਲੱਗਣ ਲੱਗ ਪਿਆ ਕਿ ਸਾਡਾ ਇਹ ਹਾਲ ਨਹੀਂ ਹੋਣਾ ਜਿੱਦਾਂ ਲੋਕੀ ਪ੍ਰੈਡਿਕਟ ਕਰਦੇ ਸੀ। ਹਾਂਜੀ। ਇਹ ਇੱਕ ਸਾਨੂੰ ਹੁਣ ਇਸ਼ੂ ਮਿਲ ਗਈ ਹੈ ਜੀ। ਹੁਣ ਅਬੋਰਸ਼ਨ ਦੀ ਇਸ਼ੂ ਜਿਹੜੀ ਹੈ ਬਹੁਤ ਵੱਡੀ ਹੈ। ਇਸ ਵੇਲੇ ਜੋ ਬਾਈਡਨ ਤੇ ਉਹਨਾਂ ਦੀ ਡੈਮੋਕ੍ਰੇਟਿਕ ਪਾਰਟੀ ਸਾਰੇ ਹੀ ਅਰਦਾਸਾਂ ਕਰਦੇ ਹੋਣੇ ਆ ਵੀ ਜਿਹੜਾ ਇਹ ਡਾਕੂਮੈਂਟ ਲੀਕ ਹੋਇਆ ਨਾ, ਸੱਚੀ ਮੁੱਚੀ ਇਹੋ ਜਿਹਾ ਫੈਸਲਾ ਕਰ ਦੇਵੇ ਸੁਪਰੀਮ ਕੋਰਟ, ਕਰੇ ਵੀ ਪਹਿਲਾਂ ਇਲੈਕਸ਼ਨ ਤੋਂ। ਹਾਂਜੀ। ਤੇ ਫਿਰ ਦੂਸਰੀ ਅਰਦਾਸ ਹੋਣੀ ਆ ਇਹਨਾਂ ਦੀ ਵੀ ਇਲੈਕਸ਼ਨ ਦੇ ਵਿੱਚ ਉਹ ਮੁੱਖ ਮੁੱਦਾ ਬਣ ਜਾਵੇ। ਹਾਂਜੀ। ਉਸ ਇਸ਼ੂ ਤੇ ਇਹਨਾਂ ਨੂੰ ਮੈਜੋਰਟੀ ਵੋਟ ਮਿਲ ਜਾਣੀ ਹੈ ਜੀ, ਕਿਉਂਕਿ
ਖਾਸ ਤੌਰ ਤੇ ਔਰਤਾਂ ਲਈ ਉਹ ਨੰਬਰ 1 ਇਸ਼ੂ ਜੀ ਬਿਲਕੁਲ ਇਸ ਵੇਲੇ। ਬਿਲਕੁਲ ਹੁਣ ਅਬੋਰਸ਼ਨ ਦੀ ਇਸ਼ੂ ਕੀ ਸੀ? ਸਾਡੇ ਤਾਂ ਹੈਗੀ ਫੈਡਰਲ ਸਰਕਾਰ ਦੇ ਕੋਲ ਕ੍ਰਿਮੀਨਲ ਕੋਡ ਦੇ ਵਿੱਚ ਪਾਇਆ ਸੀ ਪਹਿਲਾਂ ਸੈਕਸ਼ਨ 251 ਦੇ ਦਾ ਕਿ ਤੁਸੀਂ ਅਬੋਰਸ਼ਨ ਨਹੀਂ ਕਰਾ ਸਕਦੇ। 1988 ਦੇ ਵਿੱਚ ਉਹ ਇਸ਼ੂ ਗਈ ਸਾਡੇ ਸੁਪਰੀਮ ਕੋਰਟ 'ਚ। ਸੁਪਰੀਮ ਕੋਰਟ ਨੇ ਕਹਿਤਾ ਕਿ ਇਹ ਗੈਰ ਸੰਵਿਧਾਨਕ ਹੈ। ਤੇ US ਦੇ ਵਿੱਚ ਇਹ ਇਸ਼ੂ ਹੈਗੀ ਆ 50 ਸਟੇਟਸ ਦੀ। ਹਰ ਇੱਕ ਸਟੇਟ ਦੇ ਵਿੱਚ ਆਪਣੇ ਆਪਣੇ ਲਾਅ ਆ। ਹਾਂਜੀ। ਕੁਝ ਸਟੇਟਸ ਅਲਾਓ ਕਰਦੀਆਂ ਸੀ, ਕੁਝ ਨਹੀਂ ਕਰਦੀਆਂ ਸੀ। ਜਨਰਲੀ ਤਕਰੀਬਨ ਇਹ ਗੱਲ ਹੈ ਕਿ ਰਿਪਬਲਿਕਨ ਪਾਰਟੀ ਦੀ ਕੰਟਰੋਲਡ ਜਿਹੜੀ ਸਟੇਟਸ ਆ ਉਹ ਨਹੀਂ ਕਰਦੀਆਂ ਸੀ, ਡੈਮੋਕ੍ਰੈਟਿਕ ਪਾਰਟੀ ਦੇ ਕੰਟਰੋਲਡ ਸਟੇਟਸ ਕਰਦੀਆਂ ਸੀ। ਤਾਂ ਵਾਸ਼ਿੰਗਟਨ ਸਟੇਟ ਹੈ, ਇੱਥੇ ਹਮੇਸ਼ਾ ਹੀ ਅਬੋਰਸ਼ਨ ਹੁੰਦਾ ਰਿਹਾ। ਇਹ ਅੱਜ ਵੀ ਕੋਈ ਜੇ ਰੂਲਿੰਗ ਆ ਵੀ ਜਾਵੇ ਤਾਂ ਵੀ ਇਹਨਾਂ ਦੇ ਵਿੱਚ ਕੋਈ ਦਿੱਕਤ ਨਹੀਂ, ਕੁਛ ਨਹੀਂ ਫਰਕ ਪੈਣਾ ਇਹਨਾਂ ਨੂੰ। ਪਰ ਇਸ਼ੂ ਦੇ ਤੌਰ ਤੇ ਬਣ ਗਈ ਗੱਲ, ਜਿੱਦਾਂ ਇਸ਼ੂ ਬਣਾ ਲਈ ਸੀ ਨਾ ਚੰਡੀਗੜ੍ਹ ਦੀ ਇਸ਼ੂ, ਜਿੱਦਾਂ ਭਗਵੰਤ ਮਾਨ ਨੇ ਲੋਕਾਂ ਨੂੰ ਇਹ ਕਨਵਿੰਸ ਕਰਦਾ ਵੀ ਚੰਡੀਗੜ੍ਹ ਦੇ ਟਾਇਰ ਲੱਗ ਗਏ ਆ ਤੇ ਇਹਨੇ ਕੱਲ ਨੂੰ ਜਾ ਕੇ ਹੈਦਰਾਬਾਦ ਜਾ ਕੇ ਠਹਿਰ ਜਾਣਾ। ਹਾਂਜੀ। ਇਸ਼ੂ ਤਾਂ ਹੈ ਹੀ ਨਹੀਂ ਸੀ ਉਹ। ਉਦੋਂ ਬਾਅਦ ਹੁਣ ਚੁੱਪ ਕਰਕੇ ਫਿਰਦੇ ਆ ਕਿਉਂਕਿ ਹਰਿਆਣੇ ਦੀਆਂ ਇਲੈਕਸ਼ਨ ਆ ਗਈਆਂ ਜੀ। ਉਹੀ ਇਸ਼ੂ ਇਹਨਾਂ ਨੇ ਹਰਿਆਣੇ 'ਚ ਵਰਤਣੀ, ਸਿਆਸੀ ਰੋਟੀਆਂ ਸੇਕਣੀਆਂ, ਸਿਆਸੀ ਰੋਟੀਆਂ ਹੀ ਇੱਥੇ ਸੇਕਣੀਆਂ ਇਹਨਾਂ ਨੇ ਜੀ। 1973 ਦੇ ਵਿੱਚ ਇਹ ਇਸ਼ੂ ਆਈ ਸੀ ਰੋ ਵਰਸਸ ਵੇਡ। ਰੋ ਇੱਕ ਫਰਜ਼ੀ ਨਾਂ ਆ ਵੈਸੇ। ਇੱਕ ਕੁੜੀ ਸੀ ਉੱਥੇ ਟੈਕਸਸ ਦੀ ਲੜਕੀ ਸੀ, ਉਹ ਸਿੰਗਲ ਔਰਤ ਸੀ, ਉਹਦਾ ਨਾਂ ਹੋ ਰਿਹਾ ਵੈਸੇ ਸਹੀ ਨਾਂ ਹੋ ਰਿਹਾ। ਉਹਨੇ ਅਬੋਰਸ਼ਨ ਕਰਾਉਣਾ ਸੀ ਤੇ ਟੈਕਸਸ ਦੇ ਵਿੱਚ ਉਸ ਵੇਲੇ ਅਲਾਓ ਨਹੀਂ ਸੀ ਕਰਦੇ ਅਬੋਰਸ਼ਨ। ਉਹਨੇ ਆਪਣਾ ਕੇਸ ਸੁਪਰੀਮ ਕੋਰਟ ਤਾਈਂ ਲੜਿਆ। ਸੁਪਰੀਮ ਕੋਰਟ ਜਿਹੜਾ ਵੇਡ ਮਿਸਟਰ ਵੇਡ ਬੰਦਾ ਸੀ ਉਹ ਡਿਸਟ੍ਰਿਕਟ ਅਟਾਰਨੀ ਸੀ ਉੱਥੇ ਦਾ ਜੀ। ਉੱਥੇ ਫਿਰ ਕਿਹਾ ਸੁਪਰੀਮ ਕੋਰਟ ਨੇ ਕਿ ਇਹ ਅਨਕਨਸਟੀਟਿਊਸ਼ਨਲ ਆ, ਗੱਲ ਗੈਰ ਸੰਵਿਧਾਨਕ ਹੈ। ਤੁਸੀਂ ਅਬੋਰਸ਼ਨ ਜੇ ਔਰਤ ਚਾਹੁੰਦੀ ਆ ਤਾਂ ਕਰਵਾ ਸਕਦੀ ਹੈ। ਕਿਉਂਕਿ ਸੋਸ਼ਲ ਇਸ਼ੂਜ਼ ਦੇ ਵਿੱਚ 2 ਇਸ਼ੂਜ਼ ਆਈਆਂ, ਔਰਤਾਂ ਨੇ ਉਹਨਾਂ ਦੀਆਂ ਜਥੇਬੰਦੀਆਂ ਨੇ ਡੈਮੋਨਸਟ੍ਰੇਸ਼ਨਸ ਕੀਤੀ ਆ, ਲੌਬੀ ਕੀਤੀ ਆ, ਹਰ ਜੋ ਵੀ ਉਹਨਾਂ ਤੇ ਹਥਿਆਰ ਸੀ ਉਹ ਵਰਤਿਆ ਉਹਨਾਂ ਨੇ। ਇੱਕ ਇਸ਼ੂ ਸੀ ਜਿਹਨੂੰ ਅੱਜ ਕੱਲ੍ਹ ਅਸੀਂ ਮਾੜਾ ਸਮਝਦੇ ਹਾਂ, ਡਿਵੋਰਸ ਜੀ। ਡਿਵੋਰਸ ਨੂੰ ਅਸੀਂ ਇੱਦਾਂ ਕਹਿੰਦੇ ਕਿ ਇਹਨਾਂ ਦਾ ਡਿਵੋਰਸ ਹੋ ਗਿਆ, ਮਾੜੀ ਗੱਲ ਹੈ। ਹਾਂਜੀ। ਪਰ ਇੱਕ ਜ਼ਮਾਨੇ ਦੇ ਵਿੱਚ ਔਰਤਾਂ ਲਈ ਇਹ ਆਜ਼ਾਦੀ ਸੀ ਵੈਸੇ, ਕਿਉਂਕਿ ਜਿਹੜੇ ਪੁਰਾਣੇ ਲਾਅ ਸੀ ਸਾਡੇ ਰਵਾਇਤੀ ਲਾਅ ਸੀ ਉਹਦੇ ਹਿਸਾਬ ਨਾਲ ਤੁਸੀਂ ਡਿਵੋਰਸ ਨਹੀਂ ਸੀ ਕਰ ਸਕਦੇ। ਤਾਂ ਉਹ ਮੈਰਿਜ ਦੇ ਵਿੱਚ ਅਕਸਰ ਹੋ ਸਕਦਾ ਬੰਦਾ ਵੀ ਇਦਾਂ ਦਾ ਫਸ ਗਿਆ ਹੋਵੇ, ਕੋਈ ਜ਼ਿਆਦਾ ਤੌਰ ਤੇ ਔਰਤਾਂ ਹੀ ਫਸੀਆਂ ਹੁੰਦੀਆਂ ਸੀ। ਕਈਆਂ ਨੂੰ ਤਾਂ ਬਾਅਦ 'ਚ ਹੀ ਪਤਾ ਲੱਗ ਜਾਂਦਾ ਵੀ ਨਾ ਇਹਦਾ ਟੂਟਣ ਦਾ ਸੀ। ਹਾਂਜੀ, ਤੁਸੀਂ ਕਹਾਣੀ ਸੁਣਾਈ ਸੀ। ਤੇ ਉਹ ਜੇ ਉਹ ਔਰਤ ਉਹਨੂੰ ਛੱਡ ਕੇ ਹੀ ਨਹੀਂ ਜਾ ਸਕਦੀ ਤੇ ਇਹ ਬਹੁਤ ਵੱਡੀ ਗੱਲ ਹੈ ਜੀ। ਹੁਣ ਉਸ ਬੰਦੇ ਦੇ ਕੋਲ ਤਾਂ ਇੱਕ ਗੁਲਾਮ ਮਿਲ ਗਈ, ਉਹਨੂੰ ਜੋ ਮਰਜ਼ੀ ਕਰਦਾ ਉਹਦੇ ਨਾਲ, ਕਿਉਂਕਿ ਉਹ ਡਿਵੋਰਸ ਕਰ ਹੀ ਨਹੀਂ ਸਕਦੀ। ਹੁਣ ਉਹਨਾਂ ਨੇ ਡਿਵੋਰਸ ਦਾ ਜਿਹੜਾ ਹੱਕ ਲਿਆ, ਇਹ ਹੱਕ ਲੜਾਈ ਕਰਕੇ ਲਿਆ। ਹਾਂਜੀ। ਅੱਛਾ, ਦੂਸਰੀ ਇਸ਼ੂ ਉਹਨਾਂ ਲਈ ਬਣ ਗਈ ਅਬੋਰਸ਼ਨ ਦੀ। ਪੁਰਾਣਾ ਰਵਾਇਤੀ ਜਿਹੜਾ ਖਾਸ ਤੌਰ ਤੇ ਧਾਰਮਿਕ ਲੋਕਾਂ ਦੀ ਕ੍ਰਿਸਚੀਅਨ ਰਾਈਟ ਜਿਹੜਾ ਆ, ਉਹਨਾਂ ਨੇ ਇਸ਼ੂ ਬਣਾ ਲਈ ਕਿ ਜਦੋਂ ਤੋਂ ਬੱਚਾ ਦੀ ਕੰਸੈਪਸ਼ਨ ਹੋ ਜਾਂਦੀ ਆ ਪ੍ਰੈਗਨੈਂਸੀ ਦੇ ਵਿੱਚ, ਉਸ ਵੇਲੇ ਉਹ ਹਿਊਮਨ ਬੀਇੰਗ ਹੁੰਦਾ ਹੈ ਜੀ, ਤੇ ਉਹਨੂੰ ਮਾਰਨਾ ਨਹੀਂ ਚਾਹੀਦਾ। ਤੇ ਔਰਤਾਂ ਕਹਿੰਦੀਆਂ ਕਿ ਸਾਡੀ ਬੋਡੀ ਹੈ, ਅਸੀਂ ਆ ਜਿਹੜੇ 9 ਮਹੀਨੇ ਲੈ ਕੇ ਤੁਰੀਆਂ ਫਿਰਦੀਆਂ ਇਹਨਾਂ ਨੂੰ, ਸਾਡੀ ਹੋ ਸਕਦਾ ਸਿਹਤ ਖਰਾਬ ਹੋਏ, ਹੋ ਸਕਦਾ ਅਸੀਂ ਬੱਚਾ ਨਾ ਚਾਹੁੰਦੀਆਂ ਹੋਈ, ਇਹ ਹੱਕ ਸਾਡਾ ਆ, ਸਾਨੂੰ ਫੈਸਲਾ ਕਰਨ ਦਾ ਹੱਕ ਆ ਜੀ। ਇਸ ਇਸ਼ੂ ਤੇ ਰੋ ਵਰਸਸ ਵੇਡ ਦੀ ਇਸ਼ੂ ਜਿਹੜਾ ਮਸਲਾ ਬਣਿਆ, ਤੇ ਉਸ ਵੇਲੇ ਸੁਪਰੀਮ ਕੋਰਟ ਨੇ ਇਹ ਕਹਿਤਾ ਕਿ ਠੀਕ ਹੈ ਔਰਤਾਂ ਦੀ ਗੱਲ, ਕਿ ਇਹਨਾਂ ਦੀ ਆਜ਼ਾਦੀ ਹੈ, ਇਹ ਕਰਾਉਣ। ਤੇ ਤੁਸੀਂ ਸਾਰੀਆਂ ਸਟੇਟਸ ਦੇ ਵਿੱਚ ਅੱਜ US ਦੇ ਵਿੱਚ ਅਬੋਰਸ਼ਨ ਕਰਾ ਸਕਦੇ ਆ। ਪਰ ਕੁਛ ਇੱਕ ਸਟੇਟਸ ਨੇ ਪਾਬੰਦੀਆਂ ਇੱਦਾਂ ਦੀਆਂ ਲਾਈਆਂ ਆ, ਜਿੱਦਾਂ ਟੈਕਸਸ ਦੇ ਵਿੱਚ ਉਹਨਾਂ ਨੇ ਲਾਇਆ ਵੀ 6 ਹਫ਼ਤਿਆਂ ਤੋਂ ਵੱਧ ਦੀ ਪ੍ਰੈਗਨੈਂਸੀ ਜਿਹੜੀ ਤੁਸੀਂ ਟਰਮੀਨੇਟ ਨਹੀਂ ਕਰ ਸਕਦੇ। ਉਹਨਾਂ ਨੇ ਇਹ ਕਾਨੂੰਨ ਇਸ ਬੇਸ ਤੇ ਬਣਾਇਆ ਕਿ 6 ਹਫ਼ਤਿਆਂ ਬਾਅਦ ਦਿਲ ਧੜਕਣ ਲੱਗ ਪੈਂਦਾ ਬੱਚੇ ਦਾ,
ਜੀ ਤੇ ਉਹ ਇੱਕ ਹਿਊਮਨ ਬੀਇੰਗ ਬਣ ਜਾਂਦਾ। ਇਸ ਕਰਕੇ ਉਹਨੂੰ ਅਬੋਰਸ਼ਨ ਨਹੀਂ ਕਰਾ ਸਕਦੇ, ਤੁਸੀਂ ਗਰਭਪਾਤ ਨਹੀਂ ਕਰ ਸਕਦੇ। ਦੂਸਰਾ, ਕਈ ਸਟੇਟਸ ਨੇ ਇੱਕ ਉੱਥੇ ਅਮਰੀਕਾ ਦੇ ਵਿੱਚ ਸੂ ਕਰਨ ਦੀ ਬੜੀ ਇੰਡਸਟਰੀ ਹੈ ਲਾਇਰਸ ਲਈ, ਮਤਲਬ ਵਧੀਆ ਦੇਸ਼ 'ਚ ਕੋਈ ਰਹਿਣ ਵਾਲਾ ਤਾਂ US ਆ। ਹਾਂਜੀ, ਉਹ ਹਰ ਇੱਕ ਗੱਲ ਤੇ ਸੂ ਕਰਦੇ ਆ, ਹਰ ਇੱਕ ਗੱਲ ਤੇ ਲਿਟੀਗੇਸ਼ਨ। ਇਹ ਵੀ ਮਜ਼ਾਕ ਬਣਿਆ ਹੈ ਕਿ ਜੇ ਕੋਈ ਬੱਸ ਦਾ ਐਕਸੀਡੈਂਟ ਹੋ ਜਾਵੇ, ਉੱਥੇ ਐਂਬੂਲੈਂਸ ਤੋਂ ਪਹਿਲਾਂ ਲਾਇਰਸ ਪਹੁੰਚਦੇ ਆ ਆਪਣੇ ਕਾਰਡ ਵੰਡਣ ਲਈ ਕਿ ਤੁਸੀਂ ਮੈਨੂੰ ਦੱਸਿਓ, ਬੰਦਾ ਠੀਕ ਵੀ ਤੁਰਿਆ ਜਾਂਦਾ ਹੋਏ ਤਾਂ ਉਹਨੂੰ ਕਹਿੰਦੇ ਕਿ ਲੰਗ ਮਾਰ ਕੇ ਤੁਰ ਤੂੰ ਜਰਾ। ਇਹਨਾਂ ਨੂੰ ਦੇਖਦੇ ਆ ਇੰਸ਼ੋਰੈਂਸ ਕੰਪਨੀ ਵਾਲਿਆਂ ਨੂੰ। ਸੋ ਉਹਨਾਂ ਨੇ ਬਣਾਇਆ ਇੱਕ ਲਾਅ, ਰਿਪਬਲਿਕਨ ਸਟੇਟਸ ਨੇ, ਕਿ ਜਿਹੜੀ ਔਰਤ ਅਬੋਰਸ਼ਨ ਕਰਾਉਂਦੀ ਆ, ਤੁਸੀਂ ਉਹਦੇ ਮੈਡੀਕਲ ਜਿਹੜਾ ਸਰਵਿਸਿਜ਼ ਪ੍ਰੋਵਾਈਡ ਕਰ ਰਿਹਾ ਉਹਨੂੰ ਸੂ ਕਰ ਸਕਦੇ ਆ। ਉਹਦਾ ਹਸਬੈਂਡ ਕਰ ਸਕਦਾ, ਉਹਦੇ ਹਸਬੈਂਡ ਦੇ ਮਾਂ-ਬਾਪ ਕਰ ਸਕਦੇ ਆ, ਚਾਚੀਆਂ ਤਾਈਆਂ ਮਾਸੀਆਂ ਕਰ ਸਕਦੀਆਂ ਕਿ ਸਾਡੇ ਇਹਨੇ ਪਰਿਵਾਰ ਦਾ ਬੰਦਾ ਮਾਰਤਾ। ਹੁਣ ਉਹਨੂੰ ਕ੍ਰਿਮੀਨਲ ਚਾਰਜ ਨਹੀਂ ਲਾ ਸਕਦੇ, ਇਹ ਇੱਕ ਸਿਵਲ ਲਾਅ ਆ। ਉਹਨੂੰ ਜੇ ਤੁਸੀਂ ਜੂਰੀ ਨੇ ਕਹਿਤਾ ਕਿ ਤੁਸੀਂ ਇਹਨਾਂ ਨੂੰ ਡੈਮੇਜ ਕੀਤਾ, ਇਹਨਾਂ ਦੇ ਸਾਈਕੋਲੋਜੀ, ਇਹਨਾਂ ਦੇ ਦਿਮਾਗੀ ਤੌਰ ਤੇ ਬਹੁਤ ਅਸਰ ਪਿਆ ਹੈ, ਇਹਨੂੰ ਇੰਨੇ ਪੈਸੇ ਦਿਓ। ਸੋ ਮੈਡੀਕਲ ਸਰਵਿਸਿਜ਼ ਜਿਹੜੇ ਆ ਪ੍ਰੋਵਾਈਡ ਕਰਦੇ ਆ, ਉਹ ਡਰਦੇ ਆ ਇਸ ਗੱਲ ਤੋਂ ਕਿ ਸਾਨੂੰ ਇਹ ਸੂ ਨਾ ਕਰ ਦੇਣ ਜੀ। ਪਰ ਵੈਸੇ ਇਹ ਇਸ਼ੂ ਜਿਹੜੀ ਆ ਹੁਣ ਉਹ ਦੇਖੋ ਕਿ ਸ਼ਹਿਰਾਂ 'ਚ ਖਾਸ ਤੌਰ ਤੇ, ਜੇ ਤੁਸੀਂ ਸਿਆਟਲ ਜਾਂਦੇ ਆ, ਟਕੋਮੇ ਜਾਂਦੇ ਆ, ਮੈਜੋਰਟੀ ਔਰਤਾਂ ਇਹੀ ਕਹਿਣਗੀਆਂ ਕਿ ਸਾਨੂੰ ਅਬੋਰਸ਼ਨ ਦਾ ਹੱਕ ਹੋਣਾ ਚਾਹੀਦਾ ਜੀ। ਹੋ ਸਕਦਾ ਆਈਡਾਹੋ ਵਗੈਰਾ, ਮੋਂਟੈਨਾ ਵਗੈਰਾ ਦੇ ਵਿੱਚ ਜਿੱਥੇ ਕ੍ਰਿਸਚੀਅਨ ਚਰਚ ਦਾ ਜ਼ਿਆਦਾ ਰੋਲ ਆ, ਉੱਥੇ ਔਰਤਾਂ ਵੀ ਹੋ ਸਕਦਾ ਕਹਿੰਦੀਆਂ ਆ ਜਿਹੜੀਆਂ ਕਿ ਨਹੀਂ, ਜਿਹੜੀ ਕੰਸੈਪਸ਼ਨ ਆ, ਜਿਹੜੀ ਲਾਈਫ ਆ ਉਹ ਕੰਸੈਪਸ਼ਨ ਤੇ ਸਟਾਰਟ ਹੁੰਦੀ ਆ, ਤਾਂ ਉਹਨੂੰ ਅਬੋਰਟ ਕਰਨਾ ਜਿੱਦਾਂ ਤੁਸੀਂ ਇੱਕ ਬੰਦੇ ਨੂੰ ਮਾਰਨਾ ਹੈ, ਤੇ ਬੰਦੇ ਨੂੰ ਮਾਰਨਾ ਨਹੀਂ ਚਾਹੀਦਾ। ਸੋ ਇਹ ਇੱਕ ਵੱਡੀ ਇਸ਼ੂ ਆ, ਖਾਸ ਤੌਰ ਤੇ ਡੈਮੋਕ੍ਰੈਟਿਕ ਪਾਰਟੀ ਜਿਹੜੀ ਕਿ ਸਪੋਰਟ ਕਰਦੀ ਹੈ ਅਬੋਰਸ਼ਨ ਦਾ ਰਾਈਟ। ਰਿਪਬਲਿਕਨਸ ਓਪਨਲੀ ਨਹੀਂ ਸਪੋਰਟ ਕਰਦੇ ਇਹਨੂੰ, ਉਹ ਹੈਗੇ ਕ੍ਰਿਸਚੀਅਨ ਰਾਈਟ ਦੇ ਨਾਲ ਖੜੇ ਕਿ ਅਬੋਰਸ਼ਨ ਨਹੀਂ ਹੋਣਾ ਚਾਹੀਦਾ। ਹਾਲਾਂਕਿ ਸਾਰੇ ਰਿਪਬਲਿਕਨ ਇਦਾਂ ਦੇ ਨਹੀਂ ਹੈ, ਉਹਨਾਂ ਦੇ ਵਿੱਚ ਵੀ ਕੁਝ ਹੈਗੇ ਜਿਹੜੇ ਫਿਜ਼ੀਕਲ ਗੱਲ ਕਰਦੇ ਆ, ਜਿਹੜੇ ਸੋਚਦੇ ਆ ਕਿ ਟੈਕਸਸ ਜਿੰਨੇ ਇਕੱਠੇ ਕਰਦੇ ਉਹਨੇ ਪੈਸਾ ਖਰਚਣਾ ਚਾਹੀਦਾ, ਸੋਸ਼ਲ ਸਰਵਿਸਿਜ਼ ਜਿਹੜੀਆਂ ਸਾਨੂੰ ਦੇਣੀਆਂ ਹੀ ਪੈਣੀਆਂ ਉਹੀ ਦਿਓ, ਵਾਧੂ ਐਵੇਂ ਲੋਕਾਂ ਨੂੰ ਤੁਸੀਂ ਚੰਗੇ ਹੱਟੇ ਕੱਟੇ ਨੌਜਵਾਨਾਂ ਨੂੰ ਵੈਲਫੇਅਰ ਦੇਈ ਜਾਂਦੇ ਆ। ਦੋਨੋਂ ਵਿਚਾਰਧਾਰਾ ਵਾਲੇ ਲੋਕ ਆ, ਦੋਨੇ ਵਿਚਾਰਧਾਰਾ। ਦੂਸਰੇ ਪਾਸੇ ਉਹ ਲੋਕ ਆ ਜਿਹੜੇ ਕਹਿੰਦੇ ਆ ਕਿ ਡਿਵੋਰਸ ਨਹੀਂ ਹੋਣਾ ਚਾਹੀਦਾ, ਅਬੋਰਸ਼ਨ ਨਹੀਂ ਹੋਣਾ ਚਾਹੀਦਾ, ਸਮਲਿੰਗੀ ਵਿਆਹ ਨਹੀਂ ਹੋਣਾ ਚਾਹੀਦਾ, ਮਤਲਬ ਸੋਸ਼ਲ ਇਸ਼ੂਜ਼ ਲੈ ਕੇ ਫਿਰਦੇ ਹੋ ਜੀ। ਉਹਨਾਂ ਦਾ ਵੈਸੇ ਜ਼ੋਰ ਆ ਰਿਪਬਲਿਕਨ ਪਾਰਟੀ 'ਚ, ਜਿੱਦਾਂ ਸਾਡੇ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਜਿਹੜਾ ਵੀ ਬੰਦਾ ਅੱਜ ਕੱਲ੍ਹ ਇਲੈਕਟ ਹੁੰਦਾ ਆ ਉਹਦੇ ਵਿੱਚ ਸੋਸ਼ਲ ਕੰਜ਼ਰਵੇਟਿਵ ਦਾ ਬਹੁਤ ਰੋਲ ਆ। ਹੁਣ ਇੱਥੇ ਕੈਨੇਡਾ ਦੀ ਵੀ ਗੱਲ ਕਰ ਲੈਂਦੇ ਹਾਂਜੀ, ਕਿਉਂਕਿ ਇਹ ਇਸ਼ੂ ਤੇ ਲਿਬਰਲ ਪਾਰਟੀ ਵਾਲੇ ਬਹੁਤ ਖੁਸ਼ ਆ। ਹਾਲਾਂਕਿ ਕੰਜ਼ਰਵੇਟਿਵ ਪਾਰਟੀ ਨੇ ਕੋਈ ਆਪੋਜੀਸ਼ਨ ਨਹੀਂ ਕੀਤੀ, ਨਾ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਕੀਤੀ ਸੀ, ਪਰ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਬੰਦਾ, ਇੱਕ ਬੰਦਾ ਚਾਹੀਦਾ ਤੁਹਾਨੂੰ ਜਿਹੜਾ ਕਹਿਣ ਵਾਲਾ, ਜਿਹੜਾ ਕਹੇ ਅਬੋਰਸ਼ਨ ਬੰਦ ਹੀ ਹੋਣੇ ਚਾਹੀਦੇ ਆ ਜੀ। ਬਸ ਉਹਦੀ ਤੁਸੀਂ ਜਿੱਦਾਂ ਆਪਣੇ ਦਿਖਾ ਦਿੰਦੇ ਵੀਡੀਓ ਨੂੰ ਵਾਇਰਲ ਕਰੋ ਬਸ, ਕਿ ਦੇਖੋ ਜੀ ਆਹ ਕੰਜ਼ਰਵੇਟਿਵ ਬੰਦਾ ਕੈਂਡੀਡੇਟ ਹੁੰਦਾ ਸੀ, ਇਹਨੇ ਕਹਿਤਾ ਵੀ ਇਹ ਅਬੋਰਸ਼ਨ ਤਾਂ ਬੰਦ ਹੀ ਹੋਣੇ ਚਾਹੀਦੇ ਆ, ਠੀਕ ਹੀ ਡਿਸੀਜਨ ਹੈ, ਤਾਂ ਉਹਦੇ ਤੇ ਇਲੈਕਸ਼ਨ ਜਿੱਤ ਜਾਣੀ, ਮੈਜੋਰਟੀ ਜਿੱਤ ਜਾਣੀ। ਹਾਂਜੀ, ਤੇ ਇਹ ਇਸ ਗੱਲ ਕਰਕੇ ਕੱਲ ਖਾਸ ਤੌਰ ਤੇ ਲਿਬਰਲ ਪਾਰਟੀ ਦੇ ਜਿੰਨੇ ਲੀਡਰ ਸੀ ਉਹਨਾਂ ਨੇ ਇਸ ਇਸ਼ੂ ਨੂੰ ਬਹੁਤ ਵਧਾ ਚੜਾ ਕੇ ਪੇਸ਼ ਕੀਤਾ। ਹੁਣ ਉਹ ਕਈਆਂ ਨੇ ਇੱਕ ਸੁਜੈਸ਼ਨ ਦਿੱਤੀ ਹੈ ਕਿ ਇੱਥੇ ਕਾਨੂੰਨ ਲਿਆਉਣਾ ਚਾਹੀਦਾ ਹੈ, ਜਿਹੜਾ 1988 ਦੇ ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਨੇ ਡਿਸੀਜਨ ਦਿੱਤੀ ਸੀ, ਉਹ ਇਹ ਨਹੀਂ ਦਿੱਤੀ ਸੀ ਕਿ ਔਰਤ ਨੂੰ ਇੱਕ ਹੱਕ ਆ, ਚਾਰਟਰ ਦਾ ਹੱਕ ਆ। ਸੈਕਸ਼ਨ 7 ਦੇ ਵਿੱਚ ਚਾਰਟਰ ਆਫ ਰਾਈਟਸ ਦੇ ਵਿੱਚ ਕਿਹਾ ਕਿ ਲਾਈਫ ਸਿਕਿਉਰਿਟੀ ਜਿਹੜੀ ਆ ਉਹ ਤੁਹਾਡਾ ਹੱਕ ਆ। ਤੁਹਾਡੀ ਸਿਕਿਉਰਿਟੀ ਨੂੰ, ਜਿੱਦਾਂ ਮੇਰੇ ਆ ਕੇ ਕੋਈ ਪਿੱਛੇ ਮਾਰ ਦੇਵੇ, ਮੇਰੀ ਸਿਕਿਉਰਿਟੀ ਹੈ ਇਸ਼ੂ, ਉਹ ਸਿਕਿਉਰਿਟੀ ਨੂੰ ਖਤਰਾ ਆ ਅਬੋਰਸ਼ਨ ਦਾ ਕਰਕੇ। ਜੇ ਬੱਚਾ, ਕਈਆਂ ਦੀ ਔਰਤਾਂ ਦੀ ਸਿਕਿਉਰਿਟੀ ਨੂੰ ਖਤਰਾ ਉਹਨਾਂ ਨੇ ਕਿਹਾ, ਇਸ ਕਰਕੇ ਉਹਨਾਂ ਨੂੰ ਹੱਕ ਆ
ਆ ਜਿਹੜਾ ਸਾਡੇ ਕ੍ਰਿਮੀਨਲ ਕੋਡ ਚ ਪਾਇਆ ਨਹੀਂ ਅਬੋਰਸ਼ਨ ਨਹੀਂ ਕਰਾ ਸਕਦੇ, ਇਹ ਗੈਰ ਸੰਵਿਧਾਨਕ ਹੈ ਜੀ। ਹੁਣ ਕੋਸ਼ਿਸ਼ ਹੈਗੀ ਹੈ ਲਿਬਰਲ ਪਾਰਟੀ ਦੀ ਕਿ ਇੱਕ ਇਦਾਂ ਦੀ ਲੈਜਿਸਲੇਸ਼ਨ ਲਿਆਂਦੀ ਜਾਵੇ ਜਿਹੜੀ ਕਿ ਇਹਨੂੰ ਚਾਰਟਰ ਰਾਈਟਸ ਬਣਾ ਕੇ ਪੇਸ਼ ਕਰੇ ਕਿ ਅਸੀਂ ਚਾਰਟਰ ਆਫ ਰਾਈਟਸ ਐਂਡ ਫਰੀडम ਚ ਇਹਨੂੰ ਇੰਟਰੈਂਚ ਕਰਦੇ ਹਾਂ ਜੀ, ਤੇ ਉਹਦੇ ਨਾਲ ਅਸੀਂ ਇੱਕ ਹੋਰ ਇਲੈਕਸ਼ਨ ਜਿੱਤ ਸਕਦੇ ਹਾਂ। ਹਾਂਜੀ, ਗੱਲ ਤਾਂ ਹੈਗੀ ਹੈ ਇਲੈਕਸ਼ਨ ਦੀ ਜੀ ਜੀ। ਤੇ ਇਹ ਗੱਲ ਹੈਗੀ ਹੈ ਉੱਥੇ ਯੂਐਸ ਦੇ ਵਿੱਚ। ਕੱਲ ਤੁਸੀਂ ਦੇਖੋ ਸਭ ਤੋਂ ਵੱਡੀ ਰੈਲੀ ਹੋਈ ਇੱਥੇ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਕੀਤੀ ਆ, ਗਵਰਨਰ ਇੰਸਲੀ ਨੇ ਕਰਵਾਈ ਉਹ ਰੈਲੀ। ਜੇ ਉਹ ਚਲੋ ਮੰਨ ਵੀ ਲਓ ਜੇ ਡਿਸੀਜਨ ਜਿਹੜੀ ਆਉਣੀ ਆ ਸੁਪਰੀਮ ਕੋਰਟ ਦੀ ਉਹਦੇ ਵਿੱਚ ਅਬੋਰਸ਼ਨ ਬੰਦ ਕਰ ਦੇਣ, ਵਾਸ਼ਿੰਗਟਨ ਸਟੇਟ ਤੇ ਕੋਈ ਅਸਰ ਨਹੀਂ ਉਹਦਾ, ਕਿਉਂਕਿ ਇਹਨਾਂ ਦੇ ਕੋਲ ਆਪ ਹੱਕ ਆ, ਇਹਨਾਂ ਦੇ ਕੋਲ ਡੈਮੋਕ੍ਰੈਟਿਕ ਪਾਰਟੀ ਦੀ ਇੱਕ ਸਰਕਾਰ ਹੈ ਔਰ ਉਸ ਸਰਕਾਰ ਨੇ ਫੈਸਲਾ ਕਰਨਾ ਜੀ। ਇਸ਼ੂ ਹੈ ਨਹੀਂ ਇੱਥੇ, ਪਰ ਬਣਾਈ ਜਾ ਰਹੀ ਹੈ। ਬਣਾਈ ਤਾਂ ਜਾ ਰਹੀ ਹੈ ਕਿਉਂਕਿ ਇਹਦਾ ਫਾਇਦਾ ਹੋਣਾ, ਇਲੈਕਸ਼ਨ ਦੇ ਵਿੱਚ ਫਾਇਦਾ ਹੋਣਾ ਜੀ। ਔਰਤਾਂ ਵੱਧ ਤੋਂ ਵੱਧ ਡੈਮੋਕ੍ਰੈਟਿਕ ਪਾਰਟੀ ਨੂੰ ਵੋਟ ਪਾਉਣਗੀਆਂ। ਫਿਰ ਕੁਝ ਮਰਦ ਵੀ ਆ ਜਿਹੜੇ ਉਹਨਾਂ ਨਾਲ ਸਹਿਮਤ ਹੁੰਦੇ ਆ। ਤੇ ਦੂਸਰੀ ਗੱਲ ਇਹ ਵੱਡੀ, ਸਭ ਤੋਂ ਵੱਡੀ ਜਿਹੜੀ ਗੱਲ ਆ, ਡੈਮੋਕ੍ਰੈਟਿਕ ਪਾਰਟੀ ਵਾਲੇ ਜੋ ਬਾਈਡਨ ਅੱਜ ਕੱਲ ਇਹ ਨਹੀਂ ਡਿਸਕਸ ਕਰਨਾ ਚਾਹੁੰਦੇ ਕਿ ਘਰਾਂ ਦੀਆਂ ਕੀਮਤਾਂ ਵੱਧ ਗਈਆਂ, ਗਰੋਸਰੀ ਦੀਆਂ ਕੀਮਤਾਂ ਵੱਧ ਗਈਆਂ, ਓਵਰਡੋਜ਼ ਨਾਲ ਕਿਲਿੰਗ ਜ਼ਿਆਦਾ ਹੋ, ਮਰਡਰ ਜਾਂ ਆਪਣੇ ਕਿਲਿੰਗ ਹੋ ਰਹੀਆਂ, ਮੌਤਾਂ ਜ਼ਿਆਦਾ ਹੋ ਰਹੀਆਂ। ਇਹ ਜਿਹੜੀਆਂ ਇਸ਼ੂਜ਼ ਆ ਪਿੱਛੇ ਚੱਲ ਜਾਣ ਤੇ ਅਬੋਰਸ਼ਨ ਦੇ ਇਸ਼ੂ ਨੰਬਰ 1 ਇਸ਼ੂ ਬਣ ਜਾਵੇ ਜੀ। ਇਹ ਹੈਗਾ ਉਹਨਾਂ ਦਾ ਡ੍ਰੀਮ। ਹਾਂਜੀ, ਕਿ ਸੁਪਰੀਮ ਕੋਰਟ ਨੇ ਉਹਨਾਂ ਦੇ ਹੱਥ 'ਚ ਇੱਕ ਇਸ਼ੂ ਦੇਣੀ ਆ। ਇਹ ਹੁਣ ਦੋ ਗੱਲਾਂ ਤੇ ਡਿਪੈਂਡ ਕਰਦਾ। ਜਿਹੜਾ ਡਰਾਫਟ ਲੀਕ ਹੋਇਆ ਉਹਦੀ ਸਭ ਤੋਂ ਪਹਿਲਾਂ ਤਾਂ ਸੁਪਰੀਮ ਕੋਰਟ ਨੇ ਤਫਤੀਸ਼ ਕਰਨ ਲਈ ਆਰਡਰ ਜਾਰੀ ਕਰਤੇ ਕੱਲ੍ਹ ਹੀ। ਇਹ ਕਿਸੇ ਬੰਦੇ ਨੇ ਕੀਤਾ ਵੈਸੇ ਜੀ, ਆਪਣੇ ਆਪ ਤਾਂ ਉਹਦੇ ਉਹ ਕੀੜਾ ਨਹੀਂ ਜਿਹੜਾ ਅੰਦਰੋਂ ਨਿਕਲ ਗਿਆ। ਹਾਂਜੀ, ਇਹਨੂੰ ਕਿਸੇ ਨਾ ਕਿਸੇ ਨੇ ਤਾਂ ਰਿਲੀਜ਼ ਕੀਤਾ ਨਾ ਜੀ, ਡਿਲੀਬਰੇਟਲੀ ਕੀਤਾ ਜੀ, ਬਿਲਕੁਲ। ਤੇ ਫਿਰ ਜਿਹੜਾ ਮੀਡੀਆ ਆ, ਜਿਹੜੇ ਤਾਂ ਡੈਮੋਕ੍ਰੈਟਿਕ ਪੱਖ ਆ, ਉਹ ਪਹਿਲੇ ਸੈਂਟੈਂਸ 'ਚ ਇਹ ਲਿਖਦੇ ਸੁਪਰੀਮ ਕੋਰਟ ਦੀ ਡਿਸੀਜਨ। ਸੁਪਰੀਮ ਕੋਰਟ ਦੀ ਡਿਸੀਜਨ ਨਹੀਂ ਹੈ, ਫੈਸਲਾ ਨਹੀਂ ਹੈ। ਜੇ ਉਹਨਾਂ ਨੇ ਇਹ ਫੈਸਲਾ ਹੀ ਇਹ ਕਰਨਾ ਆ, ਹੁਣ ਕਿਆਸ ਰਾਈ ਇਹ ਆ ਕਿ 6 ਜੱਜ ਜਿਹੜੇ ਆ ਕੰਜ਼ਰਵੇਟਿਵ ਆ ਉੱਥੇ ਬੈਠੇ, ਹਾਂਜੀ, 3 ਲਿਬਰਲ ਜੱਜ ਬੈਠੇ ਆ। 6 ਜੱਜ ਕੰਜ਼ਰਵੇਟਿਵ ਜਿਨ੍ਹਾਂ ਨੂੰ ਰਿਪਬਲਿਕਨ ਪਾਰਟੀ ਨੇ ਨਿਯੁਕਤ ਕੀਤਾ ਹੈ। ਹਾਂਜੀ, ਹੁਣ 1973 ਜਿਹੜੀ ਪਹਿਲੀ ਡਿਸੀਜਨ ਆਈ ਸੀ ਉਦੋਂ ਵੀ ਜਿਹੜੀ 5 ਜੱਜ ਕੰਜ਼ਰਵੇਟਿਵ ਸੀ, 2 ਲਿਬਰਲ ਸੀ, 7-2 ਤੇ ਡਿਸੀਜਨ ਲਈ ਇਹਨਾਂ ਨੇ। ਹਾਂਜੀ, ਤੇ ਉਸ ਵੇਲੇ ਜੇ 5 ਕੰਜ਼ਰਵੇਟਿਵ ਜੱਜ ਇਹਦੇ ਹੱਕ ਦੇ ਵਿੱਚ ਵੋਟ ਪਾ ਸਕਦੇ ਆ, ਕੀ ਅੱਜ ਨਹੀਂ ਪਾ ਸਕਦੇ? ਸੋ ਉਹ ਫੈਸਲਾ ਕਿੱਦਾਂ ਹੋਣਾ ਹੈ, ਕਿੱਦਾਂ ਨਹੀਂ ਹੋਣਾ, ਉਹ ਤਾਂ ਸੁਪਰੀਮ ਕੋਰਟ ਨੂੰ ਪਤਾ। ਇਹ ਪਹਿਲਾ ਡਰਾਫਟ ਜਿਹੜਾ ਲੀਕ ਹੋਇਆ ਉਹਨਾਂ ਦਾ। ਹਾਂਜੀ, ਅਕਸਰ ਹੁੰਦਾ ਹੈ ਕਿ ਸੁਪਰੀਮ ਕੋਰਟ ਕਈ ਡਰਾਫਟ ਲਿਖਦੇ ਆ ਜੀ, ਜਿੱਦਾਂ ਤੁਸੀਂ ਐਸੇ ਲਿਖਦੇ ਆ, ਰਿਸਰਚ ਪੇਪਰ ਲਿਖਦੇ ਆ, ਕਈ ਡਰਾਫਟ ਹੁੰਦੇ ਨੇ ਜੀ। ਅਖੀਰਲਾ ਡਰਾਫਟ ਜਿਹੜਾ ਅਸੀਂ ਸਬਮਿਟ ਕਰਦੇ ਆ ਉਹ ਹੁੰਦਾ ਫਾਈਨਲ। ਹਾਂਜੀ, ਉਹ ਹੁੰਦਾ ਫੈਸਲਾ ਜੀ। ਤੇ ਇਹ ਹਜੇ ਫੈਸਲਾ ਨਹੀਂ ਆਇਆ। ਨੰਬਰ 1 ਤਾਂ ਕੀ ਡੈਮੋਕ੍ਰੈਟਿਕ ਪਾਰਟੀ ਵਾਲੇ ਤਾਂ ਇਹ ਅਰਦਾਸਾਂ ਕਰਦੇ ਆ ਵੀ ਆਹ ਹੀ ਡਿਸੀਜਨ ਹੋਵੇ ਅਬੋਰਸ਼ਨ ਨੂੰ ਓਵਰਟਰਨ ਕਰਨ ਦੀ। ਹਾਂਜੀ, ਤਾਂ ਦੂਸਰੀ ਆ ਜਾਵੇ ਪਹਿਲਾਂ ਇਲੈਕਸ਼ਨ ਤੋਂ ਜੀ ਜੀ, ਤਾਂ ਕਿ ਇੱਕ ਇਸ਼ੂ ਬਣ ਸਕੇ ਜੀ। ਜੋ ਬਾਈਡਨ ਨੇ ਤਾਂ ਕਿਹਾ, ਕਹਿੰਦੇ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਆ ਕਿ 50 ਸਾਲਾਂ ਤੋਂ ਬਾਅਦ ਵੀ ਹਜੇ ਅਸੀਂ ਇਹ ਸੋਚ ਰਹੇ ਹਾਂ ਕਿ ਔਰਤਾਂ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਤੇ ਕਹਿੰਦੇ ਇਹਦੇ ਨਾਲ ਤਾਂ ਫਿਰ ਹੋਰ ਵੀ ਬਹੁਤ ਸਾਰੇ ਇਸ਼ੂ ਉੱਠਣਗੇ ਅਧਿਕਾਰਾਂ ਨੂੰ ਲੈ ਕੇ। ਉਹ ਤਾਂ ਗਾਣਾ ਗਾਉਂਦੇ ਹੁਣੇ, ਮੇਰਾ ਮਨ ਡੋਲੇ ਮੇਰਾ ਤਨ ਡੋਲੇ ਜੀ। ਬਿਲਕੁਲ, ਤਨ ਤਾਂ ਉਹਨਾਂ ਦਾ ਡੋਲਦਾ ਹੀ ਰਹਿੰਦਾ ਹੈ। ਤੇ ਇਸ ਵੇਲੇ ਕੱਲ ਇਹਨਾਂ ਨੇ ਇੰਨੀ ਖੁਸ਼ੀ ਮਨਾਈ, ਖਾਸ ਤੌਰ ਤੇ ਅਮਰੀਕਨ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਵੀ ਇਹ ਸਾਰਿਆਂ ਸਟੇਟਸ ਦੇ ਵਿੱਚ ਨਹੀਂ ਹੈ। ਜਿਨ੍ਹਾਂ ਸਟੇਟਸ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਉਹ ਲੋਕ ਜਿਹੜੇ ਅਬੋਰਸ਼ਨ ਦੇ ਹੱਕ 'ਚ ਆ, ਸੌਰੀ ਅਬੋਰਸ਼ਨ ਦੇ ਅਗੇਂਸਟ ਆ, ਖਿਲਾਫ ਆ, ਹਾਂਜੀ, ਉਹਨਾਂ ਦੇ ਵਿੱਚ ਅਬੋਰਸ਼ਨ ਬੰਦ ਹੋਣਾ ਹੈ। ਜਿਹੜੀਆਂ ਡੈਮੋਕ੍ਰੈਟਿਕ ਸਟੇਟਸ ਆ ਇਹਨਾਂ ਦੇ ਵਿੱਚ ਅਬੋਰਸ਼ਨ ਨਹੀਂ ਬੰਦ ਹੋਣਾ ਜੀ। ਇਹ ਸਾਰਿਆਂ ਤੇ ਬਰਾਬਰ ਦਾ ਅਸਰ ਨਹੀਂ ਪੈਣਾ ਜੀ ਜੀ। ਅੱਛਾ, ਦੂਸਰੀ ਗੱਲ ਵੱਡੀ ਜਿਹੜੀ ਆ, ਅਜੇ ਤਾਂ ਫੈਸਲਾ ਆਇਆ ਹੀ ਨਹੀਂ।
ਹਾਂਜੀ ਹਜੇ ਤਾਂ ਡਰਾਫਟ ਲੀਕ ਹੋਇਆ ਨਾ ਜੀ। ਤੇ ਉਹਨਾਂ ਨੇ ਕੀ ਫੈਸਲਾ ਕਰਨਾ ਕੀ ਨਹੀਂ ਕਰਨਾ, ਫਾਈਨਲ ਡਿਸੀਜਨ ਉਹਨਾਂ ਦੀ ਕੀ ਹੋਣੀ ਹੈ, ਇਹ ਤਾਂ ਜੱਜਾਂ ਨੂੰ ਹੀ ਪਤਾ ਹੈ। ਹਾਂਜੀ ਫਿਰ ਉਹਨਾਂ ਨੇ ਕਦੋਂ ਕਰਨਾ, ਉਹਨਾਂ ਤੇ ਧੌਣ ਤੇ ਤੁਸੀਂ ਤਲਵਾਰ ਤਾਂ ਰੱਖੀ ਨਹੀਂ। ਹਾਂਜੀ ਹੋ ਸਕਦਾ ਉਹ ਜੂਨ ਚ ਕਰ ਦੇਣ, ਜੁਲਾਈ ਚ ਕਰ ਦੇਣ, ਹੋ ਸਕਦਾ ਉਹ ਕਹਿਣ ਵੀ ਦਸੰਬਰ ਚ ਕਰਦੇ, ਕੋਈ ਗੱਲ ਨਹੀਂ। ਹਾਂਜੀ ਇਹ ਤੇ ਤੁਸੀਂ ਉਹਨਾਂ ਨੂੰ ਗੋਡਾ ਤਾਂ ਫੇਰ ਨਹੀਂ ਸਕਦੇ ਉਹਨਾਂ ਦੇ ਧੌਣ ਤੇ ਜਾ ਕੇ ਜੀ ਵੀ ਲਿਖ ਕੱਲ ਨੂੰ ਹੀ ਲਿਖ ਦੂੰ ਜੀ। ਸੋ ਇਹ ਪਰ ਸਿਆਸਤ ਸਰਗਰਮ ਹੋ ਚੁੱਕੀ ਹੈ। ਕਹਿੰਦੇ ਹੁੰਦੇ ਨਾ 24 ਘੰਟਿਆਂ ਦੇ ਵਿੱਚ ਸਦੀਆਂ ਬਦਲ ਜਾਂਦੀਆਂ ਪੋਲਿਟਿਕਸ। ਹਾਂਜੀ ਹਾਂਜੀ ਤੇ ਡੈਮੋਕ੍ਰੈਟਿਕ ਪਾਰਟੀ ਲਈ ਤਾਂ ਜੋ ਬਾਈਡਨ ਲਈ ਸਦੀ ਬਦਲ ਗਈ ਹੈ ਜੀ। ਡਾਕਟਰ ਸਾਹਿਬ ਇਹਦਾ ਅਸਰ ਯੂਐਸ ਦੇ ਵਿੱਚ ਨਹੀਂ ਕੈਨੇਡਾ ਦੀ ਸਿਆਸਤ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲਿਆ ਹੀ ਆ। ਟਰੂਡੋ ਨੇ ਵੀ ਟਵੀਟ ਕਰਕੇ ਕਿਹਾ ਸੀ ਕਿ ਜਿਹੜਾ ਇਹ ਅਬੋਰਸ਼ਨ ਹੈਗਾ ਜਿਹੜਾ ਇਹਦਾ ਰਾਈਟ ਹੈ ਔਰਤਾਂ ਨੂੰ ਹੀ ਹੋਣਾ ਚਾਹੀਦਾ। ਦੇਖੋ ਇਸ਼ੂ ਤਾਂ ਹੈਗੀ ਹੈ ਯੂਐਸ ਦੀ ਜੀ, ਪਰ ਇਹ ਘਸੀੜ ਕੇ ਲਿਆ ਕੇ ਇਸ਼ੂ ਬਣਾਉਣੇ ਚਾਹੁੰਦੇ ਹੈ ਕੈਨੇਡਾ ਦੇ ਵਿੱਚ। ਹਾਂਜੀ ਇਸ ਕਰਕੇ ਕਿ ਉਹਨਾਂ ਨੂੰ ਪਤਾ ਹੈ ਕਿ ਕੰਜ਼ਰਵੇਟਿਵ ਪਾਰਟੀ 'ਚੋਂ ਕੋਈ ਨਾ ਕੋਈ ਬੰਦਾ ਜ਼ਰੂਰ ਇਹ ਗੱਲ ਕਹੂਗਾ ਕਿ ਅਬੋਰਸ਼ਨ ਗਲਤ ਹੈ ਜੀ। ਬਿਲਕੁਲ ਇੱਕ ਬੰਦਾ ਹੀ ਚਾਹੀਦਾ ਹੁੰਦਾ ਤੁਹਾਨੂੰ ਜੀ, ਉਹਦੀਆਂ ਤੁਸੀਂ ਵੀਡੀਓ ਵਾਇਰਲ ਕਰੀ ਚਲੋ। ਹਾਂਜੀ ਉਹਦੇ ਬੇਸ ਤੇ ਤਾਂ ਫਿਰ ਕਹਾਂ ਹੈਡਲਾਈਨਸ ਬਣ ਜਾਂਦੀਆਂ, ਉਹਦੇ ਬੇਸ ਤੇ ਉਹ ਡਰਾ ਦੇਣਾ ਲੋਕਾਂ ਨੂੰ। ਹਾਂਜੀ ਬਸ ਜਿੱਦਾਂ ਹੁਣ ਚੰਡੀਗੜ੍ਹ ਦੀ ਗੱਲ ਕਰਦੇ ਸੀ ਵੀ ਚੰਡੀਗੜ੍ਹ ਚੱਕ ਕੇ ਲੈ ਜਾਣਾ, ਚੰਡੀਗੜ੍ਹ ਪਤਾ ਨਹੀਂ ਸਮਾਲੀਆ ਛੱਡ ਆਉਣਾ। ਹਾਂਜੀ ਰਹਿਣਾ ਤਾਂ ਉੱਥੇ ਹੀ ਆ ਜੀ ਜੀ ਬਿਲਕੁਲ। ਡਾਕਟਰ ਸਾਹਿਬ ਜਿਹੜੀ ਕੈਨੇਡਾ ਦੀ ਫੈਮਿਲੀਜ਼ ਮਿਨਿਸਟਰ ਆ ਕਰੀਨਾ ਗੋਲਡ, ਉਹਨੇ ਕਿਹਾ ਵੀ ਜੇਕਰ ਅਮਰੀਕਾ ਦੀ ਸੁਪਰੀਮ ਕੋਰਟ ਰੋਬਨਾ ਵੇਡ ਕੇਸ ਦੇ ਫੈਸਲੇ ਨੂੰ ਪਲਟ ਦਿੰਦੀ ਆ ਤੇ ਸੰਵਿਧਾਨ ਮੁਤਾਬਕ ਜਿਹੜਾ ਮਿਲਦਾ ਅਬੋਰਸ਼ਨ ਦਾ ਜਿਹੜਾ ਰਾਈਟ ਹੈ ਖਤਮ ਹੋ ਜਾਂਦਾ, ਤਾਂ ਅਬੋਰਸ਼ਨ ਦਾ ਫੈਸਲਾ ਲੈਣ ਦੇ ਹੱਕ ਸੰਬੰਧੀ ਅਧਿਕਾਰ ਇੱਕ ਵਾਰ ਫਿਰ ਸਟੇਟ ਦੇ ਕੋਲ ਆ ਜਾਂਦਾ, ਤਾਂ ਅਮਰੀਕੀ ਔਰਤਾਂ ਕੈਨੇਡਾ ਆ ਕੇ ਅਬੋਰਸ਼ਨ ਕਰਵਾ ਸਕਦੀਆਂ ਨੇ। ਇਹਨਾਂ ਦੇ ਕੋਲ ਤਾਂ ਡਾਕਟਰ ਹੈ ਨਹੀਂ ਜਿਹੜੇ ਕੈਨੇਡੀਅਨ ਔਰਤਾਂ ਦੀ ਕਰ ਸਕਣ। ਹਾਂਜੀ ਉਹ ਇੱਥੇ ਵਾਸ਼ਿੰਗਟਨ ਸਟੇਟ ਵਰਗੀਆਂ ਬਹੁਤ ਸਟੇਟਸ ਆ ਜਿੱਥੇ ਅਬੋਰਸ਼ਨ ਕਰਦੇ ਆ ਜੀ ਜੀ। ਸਾਡੇ ਇੱਥੇ ਪਹਿਲਾਂ ਜੈਂਡਰ ਅਬੋਰਸ਼ਨ ਕਰਾਉਂਦੇ ਹੁੰਦੇ ਸੀ, ਜਦੋਂ ਤੁਸੀਂ ਡਿਟੈਕਟ ਕਰ ਲੈਂਦੇ ਆ ਜੈਂਡਰ ਸਿਲੈਕਟਿਵ। ਹਾਂਜੀ ਕੁੜੀਆਂ ਨੂੰ ਹੀ ਕਰਦੇ ਆ, ਮੁੰਡਾ ਤਾਂ ਕੋਈ ਜਾਂਦਾ ਨਹੀਂ ਵੀ ਮੇਰੇ ਮੁੰਡਾ ਹੋਣਾ ਤੇ ਇਹਨੂੰ ਕੱਢਾਂ ਅਬੋਰਸ਼ਨ ਕਰਾਈਏ ਜੀ। ਕੁੜੀਆਂ ਦਾ ਇੱਥੇ ਬਲੇਨ ਦੇ ਵਿੱਚ ਹੀ ਪਾਈ ਹੁੰਦੀ ਸੀ ਬੰਦੇ ਨੇ ਕਲੀਨਿਕ, ਇੱਥੇ ਡਿਟੈਕਟ ਕਰਾ ਕੇ ਇੱਕਦਮ ਬਲੇਨ ਜਾਂਦੇ ਸੀ, ਜਿਨ੍ਹਾਂ ਦੇ ਵਿੱਚ ਜ਼ਿਆਦਾ ਬੰਦੇ ਸਾਡੇ ਹੀ ਸੀ। ਹਾਂਜੀ ਇਸ ਕਰਕੇ ਇੱਥੇ ਲਾਅ ਆ ਹੁਣ ਕਿ ਤੁਸੀਂ ਜਦੋਂ ਵੀ ਅਲਟਰਾਸਾਊਂਡ ਕਰਾਉਣਾ ਨਾ, ਉਹ ਦੱਸਦੇ ਹੀ ਨਹੀਂ ਕਿ ਬੱਚਾ ਲੜਕੀ ਹੈ ਜਾਂ ਲੜਕਾ ਹੈ। ਹਾਂਜੀ ਪਹਿਲਾਂ ਨਹੀਂ ਸੀ ਏਦਾਂ ਹੁੰਦਾ, ਉਹ ਅਸੀਂ ਮਤਲਬ ਲਾਅ ਬਣਾਉਣ ਲਈ ਮਜਬੂਰ ਕਰਤਾ। ਹਾਂਜੀ ਡਾਕਟਰ ਸਾਹਿਬ ਬਿਲਕੁਲ। ਡਾਕਟਰ ਸਾਹਿਬ ਕਹਿੰਦੇ ਆ ਵੀ ਅੱਜ ਕੱਲ੍ਹ ਇਨਸਾਨੀਅਤ ਵੀ ਹੈਗੀ ਆ। ਇਹਦੀ ਇੱਕ ਐਗਜ਼ਾਮਪਲ ਦੇਖਣ ਨੂੰ ਮਿਲੀ ਹੈ, ਇੱਕ ਫਾਰਮਰ ਰੈਫਿਊਜੀ ਨੇ ਉਸ ਮਿਸਟਰੀ ਔਰਤ ਨੂੰ ਲੱਭਿਆ ਜਿਹਨੇ 23 ਸਾਲ ਪਹਿਲਾਂ ਉਹਨੂੰ $100 ਦਿੱਤੇ ਸੀ ਤੇ ਉਹਦੀ ਕਿਸਮਤ ਬਦਲ ਗਈ ਸੀ। ਦੇਖੋ ਅਕਸਰ ਅਸੀਂ ਗੱਲ ਆਲੇ ਦੁਆਲੇ ਸੁਣਦੇ ਹਾਂ, ਅਖਬਾਰਾਂ 'ਚ ਸੁਣਦੇ ਹਾਂ, ਲੱਗਦਾ ਕਿ ਇਨਸਾਨ ਭੇੜੀਆ ਬਣ ਗਿਆ। ਹਾਂਜੀ ਔਰ ਕਿਰਤ ਕਣਕ ਬਣ ਗਿਆ ਜੀ। ਪਰ ਏਦਾਂ ਦੀਆਂ ਸਟੋਰੀ ਸਾਨੂੰ ਦੱਸਦੀਆਂ ਕਿ ਇਨਸਾਨ ਅਜੇ ਵੀ ਇਨਸਾਨੀਅਤ ਹੈਗੀ ਹੈ। ਹਾਂਜੀ ਔਰ ਸਿਰਫ ਕੁੱਤੇ ਹੀ ਵਫਾਦਾਰ ਨਹੀਂ ਹੁੰਦੇ, ਇਨਸਾਨ ਵੀ ਵਫਾਦਾਰ ਹੁੰਦਾ। ਹਾਂਜੀ ਬਿਲਕੁਲ। ਸੋ ਇਹ ਗੱਲ ਇੱਕ ਅਮਰੀਕਨ ਔਰਤ ਦੀ ਆ ਮਿਨੀਸੋਟਾ ਦੇ ਵਿੱਚ। ਉਹ ਅੱਜ ਤੋਂ 23 ਸਾਲ ਪਹਿਲਾਂ ਟਰੈਵਲ ਕਰ ਰਹੀ ਸੀ 2 ਰੈਫਿਊਜੀ ਕੁੜੀਆਂ ਦੇ ਨਾਲ ਜਿਹੜੀਆਂ ਯੂਗੋਸਲਾਵੀਆ ਤੋਂ ਦੌੜੀਆਂ ਸੀ। ਉਹ ਆ ਰਹੇ ਸੀ ਐਮਸਟਰਡੈਮ ਤੋਂ, ਫਲਾਈਟ ਚੱਲਣੀ ਸੀ ਉਹਨਾਂ ਦੀ, ਤੇ ਪਹੁੰਚੇ ਉਹ ਮਿਨੀਐਪਲਿਸ ਦੇ ਵਿੱਚ। ਉਸ ਤੋਂ ਬਾਅਦ ਉਹ ਗੱਲਾਂ ਬਾਤਾਂ ਕਰਦੀ ਨੇ, ਕਿਤੇ ਉਤਰਨ ਲੱਗੀ ਨੇ ਇੱਕ ਨੋਟ ਲਿਖ ਕੇ ਦਿੱਤਾ ਉਹਨਾਂ ਨੂੰ ਵੀ ਯੂ ਆਰ ਵੈਲਕਮ ਇਨ ਦੀ ਯੂਐਸ, ਸਵਾਗਤ ਹੈ ਤੁਹਾਡਾ ਯੂਐਸ ਦੇ ਵਿੱਚ। ਤੇ ਉਹਦੇ ਵਿੱਚ ਇੱਕ $100 ਪਾਤਾ ਉਹਨਾਂ ਦੀ ਮਦਦ ਕਰਨ ਲਈ। ਵਿਚਾਰੀਆਂ ਤੋਂ ਹੈ ਹੀ ਕੁਛ ਨਹੀਂ ਸੀ ਉਹਨਾਂ ਕੋਲ। ਹਾਂਜੀ $100 ਉਹਦੇ ਵਿੱਚ ਐਨਵਲੋਪ ਦੇ ਵਿੱਚ ਪਾ ਕੇ ਤਾਂ ਉਹਨੂੰ ਫੜਾਤਾ। 2 ਭੈਣਾਂ ਸੀ ਇਕੱਠੀਆਂ। ਉਹਨਾਂ ਨੇ ਜਾ ਕੇ ਜਿਨ੍ਹਾਂ ਤੋਂ ਕੁਛ ਹੈ ਹੀ ਨਹੀਂ ਸੀ, ਉਹਨਾਂ ਨੇ $100 ਨਾਲ ਆਪਣੀ ਜ਼ਿੰਦਗੀ ਸ਼ੁਰੂ ਕੀਤੀ। ਫਿਰ ਕੰਮਕਾਰ ਮਿਲ ਗਿਆ ਹੋਣਾ, ਤੇ ਜਦੋਂ ਉਹਨਾਂ ਨੂੰ ਫਿਰ ਰਿਫਿਊਜੀ ਸਟੇਟਸ ਵਗੈਰਾ ਮਿਲਿਆ ਤਾਂ ਫਿਰ ਫਿਕਰ ਵੀ ਹਟ ਜਾਂਦਾ ਨਾ, ਜਦੋਂ PR ਬੰਦਾ ਬਣ ਜਾਂਦਾ। ਹਾਂਜੀ ਨਹੀਂ ਤਾਂ PR ਦੇ ਹੀ ਸੁਪਨੇ ਆਉਂਦੇ ਰਹਿੰਦੇ ਜੀ। ਬਿਲਕੁਲ। ਤੇ ਉਹ ਫਿਰ ਕੁੜੀ ਨੇ ਇੱਕ ਨੇ ਸ਼ੁਰੂ ਕੀਤਾ ਲੱਭਣਾ ਉਸ ਵੀ ਇਹ ਜਿਸ ਔਰਤ ਨੇ ਸਾਨੂੰ $100 ਦਿੱਤਾ ਸੀ,
ਉਹ ਰਹਿੰਦੀ ਕਿੱਥੇ ਆ। ਹਾਂਜੀ, ਉਹਨੇ ਸਿਰਫ ਆਪਣਾ ਨਾਂ ਹੀ ਲਿਖਿਆ, ਪਹਿਲਾ ਨਾਂ ਲਿਖਿਆ ਟ੍ਰੇਸੀ ਜੀ, ਤੇ ਉਹ ਗੂਗਲ ਕਰੇ, ਆਹ ਕਰੇ, ਉਹ ਕਰੇ, ਉਹਨੂੰ ਲੱਭੇ ਹੀ ਨਾ ਉਹ। ਪਰ ਦੂਸਰੀ ਉਹਨੂੰ ਗੱਲ ਇੰਨਾ ਪਤਾ ਸੀ ਕਿ ਉਹ ਟੈਨਿਸ ਖੇਲਣ ਗਈ ਸੀ ਪੈਰਿਸ ਦੇ ਵਿੱਚ, ਕੋਈ ਅਮਰੀਕਨ ਕੋਈ ਟੀਮ ਗਈ ਸੀ ਇੱਥੋਂ ਟੈਨਿਸ ਪਲੇਅਰਸ ਦੀ, ਸੋ ਟੈਨਿਸ ਪਲੇਅਰ ਸੀਗੀ ਇੱਕ ਜੀ, ਜਿਹੜੀ ਔਰਤ ਨੇ $100 ਦਿੱਤਾ। ਤੇ ਹੌਲੀ ਹੌਲੀ ਉਹਨੇ ਫਿਰ ਸੋਸ਼ਲ ਮੀਡੀਆ ਯੂਜ਼ ਕਰਨਾ ਸ਼ੁਰੂ ਕੀਤਾ, ਜਿਹੜੀਆਂ ਰੈਫਿਊਜੀ ਕੁੜੀਆਂ ਸੀ। ਹਾਂਜੀ, ਤੇ ਉਹਨੇ ਸੋਸ਼ਲ ਮੀਡੀਆ ਤੋਂ CNN ਵਾਲਿਆਂ ਨੇ ਖਬਰ ਚੱਕ ਲਈ। ਉਹਨਾਂ ਨੇ ਉਹਨਾਂ ਸੰਪਰਕ ਪੈਦਾ ਕੀਤਾ ਕਿ ਤੂੰ ਕਿਹਨੂੰ ਲੱਭਦੀ ਫਿਰਦੀ ਹੈ। ਹਾਂਜੀ, ਉਹਨੇ ਦੱਸਿਆ ਵੀ ਅੱਜ ਸਾਡੇ ਨਾਲ ਇੱਕ ਔਰਤ ਆਈ ਸੀ ਐਮਸਟਰਡੈਮ ਤੋਂ, ਮੈਨੂੰ $100 ਸਾਨੂੰ ਦਿੱਤਾ, ਉਹ ਸਾਨੂੰ $100 ਦੇ ਨਾਲ ਸ਼ੁਰੂਆਤ ਕਰਨ ਲਈ ਸੌਖੀ ਹੋ ਗਈ ਜੀ। ਹੁਣ $100 ਤਾਂ ਕੋਈ ਵੱਡੀ ਗੱਲ ਨਹੀਂ ਹੈ, ਪਰ ਜਿਹਦੇ ਕੋਲ ਕੁਛ ਵੀ ਨਾ ਹੋਵੇ, ਤੁਸੀਂ $100 ਦਿੱਤਾ ਹੈ, ਉਹਨੇ ਸ਼ੁਰੂ ਕਰ ਲਿਆ ਆਪਣੀ ਲਾਈਫ ਜੀ। ਉਹਨਾਂ ਨੂੰ ਉਸ ਵਕਤ ਜ਼ਰੂਰਤ ਸੀ ਉਸ ਚੀਜ਼ ਦੀ। ਤਾਂ ਸਾਰੇ ਬੰਦੇ ਕਿਰਤਘਾਣ ਨਹੀਂ ਹੁੰਦੇ, ਜਿੱਦਾਂ ਕਿਰਤਘਾਨਤਾ ਦੀ ਗੱਲ ਸੁਣਾਉਂਦੇ ਹੁੰਦੇ ਆ। ਕੋਈ ਕ੍ਰੇਨ ਸੀ ਤੁਰਿਆ, ਜਿਹੜੇ ਝੀਲ ਦੇ ਕੰਢੇ ਤੇ ਡੱਡੀਆਂ ਚੱਕਦੇ ਹੁੰਦੇ ਆ, ਮੱਛੀਆਂ ਫੜਦੇ ਹੁੰਦੇ, ਕ੍ਰੇਨ ਹੁੰਦੇ ਨੇ ਚਿੱਟੇ ਜਿਹੇ ਰੰਗ ਦੇ, ਲੰਮੀਆਂ ਲੱਤਾਂ, ਲੰਬੀ ਉਹਨਾਂ ਦੀ ਹੁੰਦੀ ਆ ਚੁੰਝ। ਹਾਂਜੀ। ਤੇ ਉੱਥੇ ਲਾਗੇ ਇੱਕ ਬਘਿਆੜ, ਉਹਨੇ ਕਿਤੇ ਆਪਣਾ ਸ਼ਿਕਾਰ ਕੀਤਾ ਤਾਂ ਇੱਕਦਮ ਭੁੱਖਾ ਸੀ, ਫਟਾਫਟ ਸ਼ਿਕਾਰ ਖਾਣ ਲੱਗ ਪਿਆ। ਤੋ ਇੱਕਦਮ ਉਹਨੇ ਬੁਰਕੀ ਮਾਰੀ ਤਾਂ ਉਹਦੀ ਹੱਡੀ ਜਿਹੜੀ ਆ ਗਲ 'ਚ ਜਾ ਵੜੀ। ਹਾਂਜੀ। ਉਹਨੇ ਕ੍ਰੇਨ, ਉਹ ਪਹਿਲਾਂ ਤਾਂ ਹੱਥੂ ਕਰਦਾ ਫਿਰਦਾ ਰਿਹਾ, ਫਿਰ ਉਹ ਕ੍ਰੇਨ ਨੂੰ ਇੱਕ ਬੇਨਤੀ ਕੀਤੀ, ਕਹਿੰਦਾ ਵੀ ਜੇ ਕਹਿੰਦਾ ਤੂੰ ਮੇਰੀ ਹੱਡੀ ਕੱਢ ਦੇਵੇਂ ਉਹਦੀ, ਕਿਉਂਕਿ ਉਹਦੀ ਚੁੰਝ ਬਹੁਤ ਵੱਡੀ ਹੈ ਨਾ। ਹਾਂਜੀ। ਕਹਿੰਦਾ ਵੀ ਜੇ ਤੂੰ ਹੱਡੀ ਮੇਰੀ ਕੱਢ ਦੇਵੇਂ ਇੱਥੋਂ ਤੇ ਮੈਂ ਤੈਨੂੰ ਕੋਈ ਇਨਾਮ ਦਊਂਗਾ। ਜੀ। ਜਿੰਨੀ ਕੁ ਵੀ ਉਹ ਤੋਂ ਆਵਾਜ਼ ਨਿਕਲਦੀ ਕਿ ਗਲੇ ਦੇ ਵਿੱਚ ਤਾਂ ਹੱਡੀ ਫਸੀ। ਹਾਂਜੀ। ਕ੍ਰੇਨ ਨੇ ਸੋਚਿਆ ਕੋਈ ਗੱਲ ਨਹੀਂ, ਉਹ ਕਹਿੰਦਾ ਵੀ ਲੰਮਾ ਪੈ। ਉਹ ਲੰਮਾ ਪਿਆ ਤਾਂ ਕ੍ਰੇਨ ਨੇ ਧੌਣ ਪਾਈ, ਉਹਦੀ ਧੌਣ ਵੀ ਬੜੀ ਲੰਬੀ ਆ, ਤਾਂ ਉਹਨੇ ਚੁੰਝ ਦੇ ਨਾਲ ਉਹਦੀ ਹੱਡੀ ਕੱਢ ਦਿੱਤੀ। ਉੱਥੇ ਉਹ ਬਘਿਆੜ ਸੌਖਾ ਹੋ ਗਿਆ, ਉਹ ਖੜਾ ਹੋ ਗਿਆ। ਹਾਂਜੀ। ਤੇ ਉਹ ਬੰਦਾ ਕ੍ਰੇਨ ਜਿਹੜਾ ਉਹਦੇ ਮੂੰਹ ਵੱਲ ਦੇਖੇ ਵੀ ਹੁਣ ਇਨਾਮ ਮੈਨੂੰ ਕੀ ਦਊਗਾ। ਉਹ ਦੇਖਦਾ ਆ, ਉਹ ਬਘਿਆੜ ਉੱਠ ਕੇ ਫੇਰ ਖਾਣ ਲੱਗ ਪਿਆ। ਉਹ ਕ੍ਰੇਨ ਕਹਿੰਦਾ ਵੀ ਤੁਸੀਂ ਮੈਨੂੰ ਕਿਹਾ ਸੀ ਵੀ ਮੈਂ ਇਨਾਮ ਦਊਂਗਾ ਤੈਨੂੰ। ਉਹ ਬਘਿਆੜ ਕਹਿੰਦਾ ਗੱਲ ਸੁਣ, ਅਕਲ ਕਰੀ ਦੀ ਕੋਈ। ਕਹਿੰਦਾ ਤੂੰ ਧੌਣ ਆਪਣੀ ਮੇਰੇ ਮੂੰਹ 'ਚ ਪਾਈ ਸੀ, ਸ਼ੁਕਰ ਕਰ ਤੈਨੂੰ ਮੈਂ ਖਾਧਾ ਨਹੀਂ। ਦੇਖੋ ਕਿੰਨਾ ਵੱਡਾ ਕਿਰਤਘਾਣ। ਦੇਖੋ ਇਹ ਹੈਗਾ ਕਿਰਤਘਾਨਤਾ ਦੀ ਨਿਸ਼ਾਨੀ। ਹਾਂਜੀ। ਏਦਾਂ ਦੇ ਲੋਕ ਵੀ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਇੱਥੇ ਬਹੁਤ ਕੁਝ ਦਿੱਤਾ ਹੋਵੇ, ਜਿਹੜੇ ਬਿਲਕੁਲ ਭੁੱਲ ਜਾਂਦੇ ਆ। ਹਾਂਜੀ, ਬਿਲਕੁਲ। ਔਰ ਤੁਹਾਡੇ ਦੁਸ਼ਮਣ ਬਣ ਜਾਣਗੇ ਉਹ। ਜੀ। ਉਹਨਾਂ ਦੇ ਮਨ ਦੇ ਵਿੱਚ ਤਾਂ ਹੁੰਦੀ ਆ ਵੀ ਇਸ ਬੰਦੇ ਨੇ ਸਾਡੇ ਲਈ ਕੁਝ ਕੀਤਾ ਆ, ਉਹਦਾ ਧੰਨਵਾਦ ਕਰਨ ਦੀ ਬਜਾਏ ਉਹਦੇ ਖਿਲਾਫ ਗੱਲਾਂ ਕਰਨਗੇ। ਹਾਂਜੀ। ਤੇ ਇਹਨਾਂ ਕੁੜੀਆਂ ਨੇ ਜਿਹੜੇ $100 ਮਿਲਿਆ ਤਾਂ ਉਹਨਾਂ ਨੇ ਖੁਸ਼ੀ ਮਹਿਸੂਸ ਕੀਤੀ, ਔਰ ਜੋ ਵੈਲ ਸੈਟਲਡ ਹੋ ਕੇ ਫਿਰ ਉਹ ਲੱਭਣ ਲੱਗੀਆਂ। ਹਾਂਜੀ। ਵੀ ਇਹ ਜਿਹੜੀ ਔਰਤ ਆ ਇੰਨੀ ਦਿਆਲੂ ਔਰਤ ਸੀ ਵੀ ਇਹਦਾ ਧੰਨਵਾਦ ਉਹਨਾਂ ਨੇ, ਹੋਰ ਤਾਂ ਕੁਝ ਨਹੀਂ ਦੇਣਾ ਸੀ, ਸਿਰਫ ਧੰਨਵਾਦ ਹੀ ਕਰਨਾ ਸੀ ਉਹਦਾ। ਜੀ। ਜਦੋਂ ਉਹ CNN ਵਾਲਿਆਂ ਨੇ ਖਬਰ ਦੇਤੀ ਤੇ ਉਹਨਾਂ ਨੇ ਨੋਟ ਦਿਖਾਇਆ ਜਿਹੜਾ ਹੱਥਾਂ ਨਾਲ ਲਿਖਿਆ ਆ, ਉਹਨਾਂ ਨੇ ਸੰਭਾਲ ਕੇ ਰੱਖਿਆ ਹੈ। ਦੇਖੋ ਕਿੰਨੇ ਸਾਲਾਂ ਤੋਂ, 23 ਸਾਲਾਂ ਤੋਂ ਸੰਭਾਲ ਕੇ। ਤੇ ਉਹਨੇ ਜਿਹੜੀ ਔਰਤ ਨੇ ਟੈਨਿਸ ਪਲੇਅਰ ਸੀਗੀ, ਉਹ ਕਿਤੇ ਡਰਾਈਵ ਕਰਦੀ ਸੀ, ਉਹਨੂੰ ਤਾਂ ਸੁਣੀ ਨਹੀਂ ਖਬਰ। ਹਾਂਜੀ। ਜਿਹੜੇ ਉਹਦੇ ਨੇਬਰਸ ਨੇ ਸੁਣੀ, ਉਹਨਾਂ ਨੇ ਕਿਹਾ ਵੀ ਇਹ ਤਾਂ ਟ੍ਰੇਸੀ ਦੀ ਗੱਲ ਲੱਗਦੀ ਆ। ਜੀ। ਐਸੀ ਟ੍ਰੇਸੀ ਦੀ ਗੱਲ ਲੱਗਦੀ ਆ, ਉਹ ਮਸਾਜ ਥੈਰੇਪਿਸਟ ਆ ਵੈਸੇ। ਉਹਨਾਂ ਨੇ ਉਹਨੂੰ ਟਵੀਟ ਕਰਨਾ ਸ਼ੁਰੂ ਕਰਤਾ, ਮੈਸੇਜ ਭੇਜਣੇ ਸ਼ੁਰੂ ਕਰਤੇ ਵੀ ਤੂੰ CNN ਦੀ ਆਹ ਸਟੋਰੀ ਦੇਖ ਕੇ। ਕਈਆਂ ਨੇ ਉਹਨੂੰ ਭੇਜ ਵੀ ਦਿੱਤੀ ਸਟੋਰੀ, ਲਿੰਕ ਵਗੈਰਾ ਭੇਜ ਦਿੱਤਾ ਹੋਣਾ। ਹਾਂਜੀ। ਉਹ ਕਹਿੰਦੀ ਫਿਰ ਮੈਂ ਆਪਣੀ ਕਾਰ ਖੜੀ ਕੀਤੀ, ਕਾਰ ਖੜੀ ਕਰਕੇ ਫਿਰ CNN ਦੇਖੀ ਸਟੋਰੀ, ਉਹ ਵਾਕਿਆ ਉਹਦੀ ਸਟੋਰੀ ਸੀ। ਉਹ ਕਹਿੰਦੀ ਵੀ ਜੇ ਫਿਰ ਉਹਨਾਂ ਨੇ CNN ਨੇ ਉਹਦਾ ਨਾਮ ਵੀ, ਆਪਣੇ ਐਡਰੈਸ ਵੀ ਦਿੱਤਾ, ਫੋਨ ਨੰਬਰ ਦਿੱਤਾ ਸੀ ਵੀ ਤੂੰ ਕਾਂਟੈਕਟ ਕਰ ਸਾਨੂੰ। ਹਾਂਜੀ। ਫਿਰ ਉਹ ਕਹਿੰਦੀ ਮੈਂ ਕਾਂਟੈਕਟ ਕੀਤਾ ਤਾਂ ਸਭ ਤੋਂ ਪਹਿਲਾਂ ਤਾਂ ਜ਼ੂਮ ਮੀਟਿੰਗ ਉਹਨਾਂ ਨਾਲ ਕੀਤੀ। 23 ਸਾਲਾਂ ਬਾਅਦ ਉਹ ਦੋਹਾਂ ਭੈਣਾਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਵੀ ਅਸੀਂ
ਤੁਹਾਡਾ $100 ਦਾ ਦੇਣ ਦਾ ਬਹੁਤ ਸ਼ੁਕਰਗੁਜ਼ਾਰ ਹੈ, ਉਹਨੇ ਸਾਡੀ ਬਹੁਤ ਮਦਦ ਕੀਤੀ ਜੀ। ਤੇ ਉਸ $100 ਤੋਂ ਅਸੀਂ ਲਾਈਫ ਸ਼ੁਰੂ ਕੀਤੀ ਹੈ ਅਮਰੀਕਾ ਦੇ ਵਿੱਚ, ਤੇ ਅੱਜ ਅਸੀਂ ਕਾਮਯਾਬ ਹਾਂ। ਹਾਂਜੀ। ਤੇ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਮਿਲ ਕੇ ਕਹਿਣਾ ਚਾਹੁੰਦੇ ਹਾਂ ਵੀ ਥੈਂਕ ਯੂ ਜੀ। ਇੰਨਾ ਹੀ ਬਹੁਤ ਸੀ। ਉਹ ਕਹਿੰਦੀ, ਫਿਰ ਜਿਹੜੀ ਮਸਾਜ ਥੈਰੇਪਿਸਟ ਆ, ਉਹ ਕਹਿੰਦੀ ਵੀ ਮੇਰੇ ਮਨ ਦੇ ਵਿੱਚ ਆਇਆ, ਵੈਸੇ ਪਹਿਲਾਂ ਤਾਂ ਭੁੱਲ ਗਈ ਸੀ ਉਹਨੂੰ, ਕਿੱਥੇ $100 ਦਾ ਚੇਤਾ ਹੋਣਾ, ਕਿੱਥੇ ਨੋਟ ਦਾ ਚੇਤਾ ਹੋਣਾ। ਹਾਂਜੀ। ਕਹਿੰਦੀ ਫਿਰ ਮੇਰੇ ਮਨ ਦੇ ਵਿੱਚ ਆਇਆ ਵੀ ਜੇ ਤੁਸੀਂ ਕਿਸੇ ਲਈ ਚੰਗੀ ਕੰਮ ਕਰਦੇ ਆ, ਉਹ ਬੰਦੇ ਐਕਨੋਲੇਜ ਵੀ ਕਰਦੇ ਆ। ਹਾਂਜੀ, ਬਿਲਕੁਲ। ਬਹੁਤ ਘੱਟ ਬੰਦੇ ਆ ਜਿਹੜੇ ਤੁਸੀਂ ਦੇਖਿਆ ਹੋਣਾ, ਕਈ ਵਾਰੀ ਤੁਸੀਂ ਦਰਵਾਜ਼ਾ ਫੜ ਕੇ ਖੜ ਜਾਂਦੇ ਆ, ਉਹ ਥੈਂਕ ਯੂ ਵੀ ਨਹੀਂ ਕਹਿਣਗੇ ਨਾ ਜੀ। ਉਹ ਸਮਝਦੇ ਮੇਰਾ ਹੱਕ ਹੀ ਆ, ਇਹਦਾ ਕੰਮ ਆ, ਇਹ ਫੜ ਕੇ ਖੜਾ ਹੈ। ਹਾਂਜੀ। ਤੇ ਜੇ ਕੋਈ ਥੈਂਕ ਯੂ ਕਹਿ ਦੇਵੇ, ਜੇ ਤੁਸੀਂ ਕਾਰ ਖੜੀ ਕਰਦੇ ਆ, ਕਾਰ ਦੂਸਰਾ ਬੰਦਾ ਵਿੱਚ ਲਿਆਉਣਾ ਚਾਹੁੰਦਾ ਹੁੰਦਾ, ਲੇਨ ਚੇਂਜ ਕਰਨੀ ਚਾਹੁੰਦਾ, ਬਹੁਤ ਸੌਖੀ ਗੱਲ ਹੈ, ਤੁਸੀਂ ਉਹਨੂੰ ਹੱਥ ਖੜਾ ਕਰਕੇ ਕਹਿ ਦੋ ਥੈਂਕ ਯੂ ਜੀ। ਪਰ ਬਹੁਤੇ ਬੰਦੇ ਸਮਝਦੇ ਆ ਕਿ ਨਹੀਂ, ਮੇਰਾ ਤਾਂ ਹੱਕ ਹੀ ਸੀ। ਹਾਂਜੀ। ਇਹਦਾ ਕੰਮ ਆ ਵੀ ਇਹਨੇ ਮਦਦ ਕਰਨੀ, ਮੇਰਾ ਹੱਕ ਆ ਮਦਦ ਲੈਣੀ। ਹਾਂਜੀ, ਕਈ ਲੋਕੀ ਤਾਂ ਇਹੀ ਸੋਚਦੇ ਆ, ਇਹ ਮਦਦ ਲੈਣੀ ਜਿਹੜੀ ਹੁੰਦੀ ਹੈ ਹੱਕ ਨਹੀਂ। ਕਈ ਲੋਕੀ ਤਾਂ ਡਾਕਟਰ ਸਾਹਿਬ ਤੁਸੀਂ ਦੇਖਿਆ ਹੋਣਾ, ਰੋਡ ਤੇ ਜੇ ਕਿਸੇ ਨੇ ਲੇਨ ਚੇਂਜ ਕਰਨੀ ਹੋਵੇ ਉਹਨੂੰ ਰਸਤਾ ਵੀ ਨਹੀਂ ਦਿੰਦੇ ਹੁੰਦੇ। ਕੋਸ਼ਿਸ਼ ਹੁੰਦੀ ਆ ਉਹਨਾਂ ਦੀ ਵੀ ਇਹ ਨਾ ਹੀ ਬੜੇ ਦੱਸੋ, 1 ਸਕਿੰਟ ਦਾ ਹੋ ਸਕਦਾ ਫਰਕ ਪੈ ਜਾਵੇ ਜੀ। ਬਿਲਕੁਲ, ਇਹ ਤੋਂ ਵੱਧ ਨਹੀਂ ਪੈਂਦਾ। 1 ਸਕਿੰਟ ਲੋਕਾਂ ਤੋਂ ਹੈ ਨਹੀਂ, ਆਪਣੀ ਕਬਰਾਂ ਵੱਲ ਨੂੰ ਦੌੜੇ ਹੀ ਜਾਂਦੇ ਆ ਜੀ। ਪਰ ਦੇਖੋ ਹੁਣ ਤੁਸੀਂ ਜਿਹੜੀ ਆਹ ਐਗਜ਼ਾਮਪਲ ਹੈਗੀ ਆ ਵੀ ਜੇ ਕੋਈ ਬੰਦਾ ਕਿਸੇ ਲਈ ਚੰਗਾ ਕੰਮ ਕਰਦਾ ਤਾਂ ਯਾਦ ਵੀ ਉਹਨੂੰ ਰੱਖਦਾ। ਹੁਣ ਉਹਨਾਂ ਨੂੰ ਕਿੰਨੀ ਜ਼ਿਆਦਾ, ਉਸ ਔਰਤ ਨੂੰ ਵੀ ਕਿੰਨੀ ਜ਼ਿਆਦਾ ਖੁਸ਼ੀ ਹੋਈ ਕਿ ਮੈਂ ਉਹਨਾਂ ਨੂੰ $100 ਦੇ ਕੇ ਹੈਲਪ ਕੀਤੀ, ਤਾਂ ਉਹਨਾਂ ਨੇ ਜਿਵੇਂ ਹੁਣ ਉਹਨਾਂ ਦੀ ਜਿਹੜੀ ਮੀਟਿੰਗ ਵੀ ਹੋਣੀ ਉਹ ਕਿੰਨੀ ਇਮੋਸ਼ਨਲ ਹੋਊਗੀ ਨਾ। ਵਾਕਈ ਕਿਸੇ ਬੰਦੇ ਨੂੰ ਇਹ ਕਹਿ ਦੇਣਾ ਕਿ ਤੁਸੀਂ ਮੇਰੀ ਮਦਦ ਕੀਤੀ ਹੈ ਤੇ ਮੈਂ ਅਪਰੀਸ਼ੀਏਟ ਕਰਦਾ ਜੀ, ਇਹ ਬਹੁਤ ਵੱਡੀ ਗੱਲ ਹੈ ਜੀ। ਬਿਲਕੁਲ। ਤੇ ਇਹ ਵੈਸੇ ਉਹਨਾਂ ਜਿਹੜੀਆਂ ਕੁੜੀਆਂ ਦੀ ਮਦਦ ਕੀਤੀ ਆ, ਉਹਨਾਂ ਦਾ ਵੀ ਵੱਡਾ ਪਾਣਾ ਹੈ ਵੀ ਉਹਨਾਂ ਨੇ 23 ਸਾਲ ਹੋ ਗਏ, ਉਹਨੂੰ ਭੁੱਲਿਆ ਨਹੀਂ। ਹਾਂਜੀ, ਉਹਨਾਂ ਨੇ ਯਾਦ ਰੱਖਿਆ ਕਿ ਉਹਨਾਂ ਦੀ ਮਦਦ ਕੀਤੀ ਸੀ ਕਿਸੇ ਨੇ, ਹੈ ਨਾ ਜੀ। ਤੇ ਡਾਕਟਰ ਸਾਹਿਬ ਹੁਣ ਟਾਈਮ ਹੋ ਗਿਆ ਅੱਜ ਦੇ ਵਿਚਾਰ ਦਾ। ਅੱਜ ਦਾ ਵਿਚਾਰ ਦੱਸ ਦਿਓ ਜੀ। ਅੱਜ ਦਾ ਵਿਚਾਰ ਹੈ ਵੀ ਊਠ ਦੀ ਸਵਾਰੀ ਕਰਨ ਵਾਲੇ ਨੂੰ ਕੁੱਤਿਆਂ ਤੋਂ ਨਹੀਂ ਡਰਨਾ ਚਾਹੀਦਾ ਜੀ। ਬਿਲਕੁਲ ਠੀਕ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਤੁਹਾਡੇ ਨਾਲ ਸਾਡੀ ਮੁਲਾਕਾਤ ਹੋਏਗੀ ਕੱਲ ਨੂੰ ਸਵੇਰੇ ਠੀਕ 7 ਵਜੇ ਵਾਲੀਆਂ ਖਬਰਾਂ ਤੋਂ ਬਾਅਦ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਪ੍ਰੋਗਰਾਮ 'ਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਰੱਬ ਰਾਖਾ।